दास भगबंद रामदास अर्जन गुरु बर श्री हरगोबिंद हरि राय हर कृष्ण गौर बार तेग बहादुर चंद दसवें गोबिंद सिंह गौर नमो चरण अरविंद जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग एकंकारा सतगुरु तेह प्रसाद सच होए वाहे गुरु जी की फतेह बिघ्न विनाशन सोए एकंकारा सतगुरु तेह प्रसाद सच होए वाहे गुरु जी की फतेह बिघ्न विनाशन सोए। नृप सुन विस्मयो कहाँ कहत हो इतो दोष किम अपन लहत हो लिखी के मुश्कें बंद पठावो पुर में बसे तहाँ खुजवावो नृप सुन विस्मयो कहाँ कहत हो। सतगुरु गरीब नवाज दीन दुनिया दे मालक चवर छतर तखत ते मालक समरथ गुरु परतख गुरु दीन दयाल कृपाल अंतरजामी पूਰਨ पार ब्रह्म परमेश्वर वाहिगुरु अकाल पुरख जी का सरगुण स्वरूप हाजरा हजूर जहरा जहूर सर्ब कला भरपूर अंतरजामी सुख निधान सच्चे पातशाह अपने दासां दी सेवकां दी सदा ही इज्जत रखण वाले पत रखण वाले सतगुरु जी साडे सारियां दे पड़दे कज्जण वाले सदा ही दया करन वाले मेहरां करन वाले बख्शिशां करन वाले अवगुण ना चितारण वाले सदा ही दयालु सदा ही कृपालु सदा ही बख्शेंद सरन पियां दी लाज रखण वाले इज्जत पत रखण वाले पड़दे कज्जण वाले धन धन सतगुरु जी गरीब नवाज जी धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज। सब संगत प्यार नाल दोवें हथ जोड़ के गज के कहो जी धन धन श्री गुरु ग्रंथ साहिब जी महाराज। फिर प्यार नाल गज के कहो जी धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। सतगुरु जी की पवित्र पावन हाजरी विखे सुभाएमान गुरु जी की प्यारी साजी नवाजी संगत जी आप जी छेवें पातशाह जी की कथा रोज़ सुनते हो प्यार चाओ सारियां संगतां फतेह बुलाओ जी वाहिगुरु जी का खालसा वाहिगुरु जी की फतेह। धन धन गुरु हरगोबिंद साहिब दीन दुनी दा पातशाह पातशाहां पातशाह अडोला दल भंजन गुर सूरमा बड़ जोधा बहु पर उपकारी गुरु हरगोबिंद साहिब जी दीन दुनिया नूं धार रहे हैं ਅੰਮ੍ਰਿਤਸਰ ਦੀ ਧਰਤੀ ਤੇ ਮਹਾਰਾਜ ਪਹੁੰਚੇ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਬਹੁਤ ਰੋਮਾਂਚਕ ਹੈ ਜੀ ਰੁਚੀ ਨਾਲ ਸੁਣਨ ਵਾਲੀ ਹੈ ਧਿਆਨ ਨਾਲ ਕਥਾ ਸੁਣਨ ਵਾਲੀ ਹੈ ਲੰਬੇਰੀ ਕਥਾ ਹੈ ਔਰ ਬੜੀ ਸਿੱਖਿਆ ਭਰਪੂਰ ਕਥਾ ਹੈ ਜੀ। ਤੁਸਾਂ ਨੇ ਸਰਵਣ ਕੀਤਾ ਭਾਈ ਗੁਰਦਾਸ ਜੀ ਕਾਂਸ਼ੀ ਦੇ ਵਿੱਚ ਪਹੁੰਚੇ ਨੇ ਜੀ ਬ੍ਰਾਹਮਣ ਪੰਡਿਤ ਜਿਹੜੇ ਉਹ ਵੀ ਭਾਈ ਗੁਰਦਾਸ ਜੀ ਤੋਂ ਪ੍ਰਭਾਵਿਤ ਹੋਏ ਜੀ ਭਾਈ ਗੁਰਦਾਸ ਜੀ ਨੂੰ ਆਪਣਾ ਆਗੂ ਮੰਨਣ ਲੱਗ ਪਏ। ਕੁਝ ਗੁਰਮੁਖ ਪਿਆਰੇ ਇਹ ਵੀ ਦੱਸਦੇ ਆ ਕਿ ਭਾਈ ਗੁਰਦਾਸ ਜੀ ਨੇ ਬ੍ਰਾਹਮਣਾਂ ਨੇ ਇਹ ਵੀ ਕਿਹਾ ਸੀ ਵੀ ਗ੍ਰਸਤੀ ਮਾੜੇ ਹੁੰਦੇ ਆ ਅਤੇ ਅਸੀਂ ਚੰਗੇ ਹਾਂ ਉਦਾਸੀ ਹਾਂ ਵਿਆਹ ਨਹੀਂ ਕਰਾਏ ਅਸੀਂ ਜ਼ਿਆਦਾ ਵਧੀਆ ਹਾਂ। ਭਾਈ ਗੁਰਦਾਸ ਜੀ ਕਹਿੰਦੇ ਠੀਕ ਹੈ ਤੁਸੀਂ ਬ੍ਰਹਮਚਾਰੀ ਹੋ ਵਿਆਹ नहीं कराए। सिख पंथ च बेअंगम कह देंदे जी
ਵਿਹੰਗਮ। ਅਸੀਂ ਮੰਨਦੇ ਵੀ ਤੁਸੀਂ ਬ੍ਰਹਮਚਾਰੀ ਹੋ, ਪਰ ਤੁਸੀਂ ਗ੍ਰਸਤੀ ਨੂੰ ਮਾੜਾ ਨਹੀਂ ਕਹਿ ਸਕਦੇ। ਕਹਿੰਦੇ ਕਿਉਂ? ਕਹਿੰਦੇ ਸੁਣੋ, ਤਲਵਾਰ ਹੈ ਲੋਹੇ ਦੀ ਬਣਦੀ, ਤੀਰ ਦੀ ਨੋਕ, ਤੀਰ ਲੋਹੇ ਦਾ ਬਣਿਆ ਹੁੰਦਾ, ਪਿੱਛਾ ਲੱਕੜ ਦਾ ਹੁੰਦਾ, ਅੱਗਾ ਲੋਹੇ ਦਾ ਹੁੰਦਾ ਹੈ। ਹੋਰ ਵੀ ਬੜੇ ਸ਼ਸਤਰ ਨੇ, ਖੜਗ ਹੈ, ਤਲਵਾਰ ਹੈ, ਨੇਜਾ ਹੈ, ਬਰਛੀ ਹੈ, ਤੀਰ ਹੈ, ਸਭ ਲੋਹੇ ਦੇ ਬਣਦੇ ਆ। ਤੇ ਜੇ ਲੋਹਾ ਹੀ ਨਾ ਹੁੰਦਾ ਤਾਂ ਕਿੱਥੋਂ ਬਣਦੇ ਸੀ? ਇਸੇ ਤਰ੍ਹਾਂ ਕੋਈ ਬ੍ਰਹਮਚਾਰੀ ਹੈ, ਕੋਈ ਉਦਾਸੀ ਹੈ, ਕੋਈ ਬਾਣਪ੍ਰਸਤ ਹੈ। ਜੇ ਗ੍ਰਸਤੀ ਨਾ ਹੁੰਦੇ ਤਾਂ ਕਿੱਥੋਂ ਆਉਣੇ ਸੀ ਸਾਰੇ? ਗ੍ਰਸਤੀਆਂ ਕਰਕੇ ਹੀ ਆਏ ਹੋ ਤੁਸੀਂ ਵੀ। ਕਹਿੰਦੇ ਨੱਕ 'ਚ ਪਾਉਣ ਵਾਲੀ ਨੱਥ ਹੈ, ਕੰਨਾਂ 'ਚ ਪਾਉਣ ਵਾਲੀਆਂ ਵਾਲੀਆਂ ਨੇ, ਗਲ 'ਚ ਪਾਉਣ ਵਾਲੇ ਸੋਹਣੇ ਹਾਰ ਨੇ, ਆਭੂਸ਼ਣ ਬਣੇ ਆ, ਗਹਿਣੇ ਬਣੇ ਆ। ਤੇ ਜੇ ਸੋਨਾ ਹੀ ਨਾ ਹੁੰਦਾ ਤਾਂ ਕਿਵੇਂ ਬਣਨੇ ਸੀਗੇ? ਬੜੇ ਬੜੇ ਜਵਾਬ ਦਿੱਤੇ ਤੇ ਭਾਈ ਗੁਰਦਾਸ ਜੀ ਨੂੰ ਮੰਨ ਗਏ ਸਾਰੇ ਜੀ, ਐਡੇ ਵਿਦਵਾਨ। ਪਰ ਭਾਈ ਗੁਰਦਾਸ ਜੀ ਦਾ ਚਿੱਤ ਗੁਰੂ ਜੀ ਦੇ ਚਰਨਾਂ 'ਚ ਜੁੜਿਆ ਜੀ। ਵਿਛੋੜਾ ਮਿਲਾਪ ਦੀ ਅਹਿਮੀਅਤ ਦਾ ਫੇਰ ਹੀ ਪਤਾ ਲੱਗਦਾ, ਜਦੋਂ ਵਿਛੋੜਾ ਹੋਵੇ ਫੇਰ ਹੀ ਮਿਲਾਪ ਦਾ ਪਤਾ ਲੱਗਦਾ। ਕੋਈ ਬੰਦਾ ਕੋਲ ਨਾ ਹੋਵੇ ਫੇਰ ਹੀ ਉਹਦੇ ਗੁਣਾਂ ਦਾ ਪਤਾ ਲੱਗਦਾ, ਨਹੀਂ ਤੇ ਕਿੱਥੋਂ ਬੰਦਾ ਗੁਣ ਜਾਣਦਾ। ਭਾਈ ਗੁਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਵਿਛੋੜੇ ਵਿੱਚ ਚਿੱਤ ਮਹਾਰਾਜ ਦੇ ਚਰਨਾਂ 'ਚ ਲੱਗਾ। ਰੋਜ਼ ਕਬਿੱਤ ਸਵਈਏ ਬਣਾਇਆ ਕਰਨ, ਗੁਰੂ ਹਰਗੋਬਿੰਦ ਸਾਹਿਬ ਦਾ ਧਿਆਨ ਧਾਰ ਕੇ ਮਹਾਰਾਜ ਨੂੰ ਸੁਣਾਇਆ ਕਰਨ। ਇਹ ਵੀ ਆਖਣ ਮਹਾਰਾਜ ਹੁਣ ਤੁਸੀਂ ਸੱਦਣਾ। ਉੱਧਰੋਂ ਗੁਰੂ ਹਰਗੋਬਿੰਦ ਸਾਹਿਬ ਤੱਕ ਸਾਰੀ ਗੱਲ ਪਹੁੰਚ ਰਹੀ ਹੈ। ਧਿਆਨ ਸ਼ਕਤੀ, ਧਿਆਨ ਸਾਧਨਾ ਹੈ। ਜਿਹੜਾ ਅੰਦਰ ਮਜ਼ਬੂਤ ਹੋਏਗਾ ਓਨਾ ਉਹਦਾ ਧਿਆਨ ਮਜ਼ਬੂਤ ਹੋਏਗਾ ਜੀ। ਜਿਹੜੇ ਕਹਿੰਦੇ ਨਾ ਸਾਡਾ ਪਾਠ ਕਰਦਿਆਂ ਧਿਆਨ ਨਹੀਂ ਲੱਗਦਾ, ਅਸਲ 'ਚ ਉਹਨਾਂ ਦਾ ਅੰਦਰ ਨਹੀਂ ਮਜ਼ਬੂਤ ਹੁੰਦਾ ਜੀ। ਜਦੋਂ ਅੰਦਰ ਮਜ਼ਬੂਤ ਹੋਏਗਾ ਪਾਠ ਕਰਦਿਆਂ ਧਿਆਨ ਵੀ ਲੱਗੇਗਾ। ਬਾਕੀ ਇਹਦੇ ਤੋਂ ਵੀ ਉੱਤੇ ਗੁਰੂ ਦੀ ਮਿਹਰ ਹੈ ਜੀ। ਅੰਦਰ ਕਮਜ਼ੋਰ ਹੋਵੇ ਤਾਂ ਵੀ ਧਿਆਨ ਲੱਗ ਜਾਂਦਾ ਜੇ ਗੁਰੂ ਸਾਹਿਬ ਕਿਰਪਾ ਕਰਨ ਜੀ। ਪਰ ਫਿਰ ਵੀ ਅੰਦਰ ਬਲ ਵਾਲਾ ਹੋਣਾ ਚਾਹੀਦਾ। ਅੰਦਰ ਬਲ ਵਾਲਾ ਬਾਣੀ ਪੜ੍ਹ ਕੇ ਬਣਦਾ ਹੈ ਜੀ। ਸਰੀਰ ਬਲ ਵਾਲਾ ਖੁਰਾਕ ਖਾ ਕੇ ਬਣਦਾ। ਮਨ ਬਲ ਵਾਲਾ ਬਾਣੀ ਪੜ੍ਹ ਕੇ ਬਣਦਾ ਹੈ ਜੀ। ਭਾਈ ਗੁਰਦਾਸ ਜੀ ਅੰਦਰ ਬਲ ਵਾਲਾ ਜੀ, ਉਹਨਾਂ ਦਾ ਬਾਣੀ ਬੜੀ ਪੜ੍ਹਦੇ ਆ, ਸਿਮਰਨ ਬੜਾ ਕਰਦੇ ਆ। ਉਹ ਧਿਆਨ ਉਹਨਾਂ ਦਾ ਗੁਰੂ ਜੀ ਤੱਕ ਪਹੁੰਚ ਗਿਆ ਜੀ। ਚੇਤਾ ਰੱਖਿਓ, ਫੋਨ ਤਾਂ ਹੀ ਡਾਇਲ ਹੋਏਗਾ ਜੇ ਨੈਟਵਰਕ ਪੂਰਾ ਹੈ ਜੀ। ਜੇ ਨੈਟਵਰਕ ਪੂਰਾ ਹੀ ਨਹੀਂ ਹੈਗਾ ਤੇ ਨੰਬਰ ਦੋਵੇਂ ਪਤਾ ਹੋਣ ਜੀ। ਤੁਹਾਨੂੰ ਮੇਰਾ ਨੰਬਰ ਪਤਾ, ਮੈਨੂੰ ਤੁਹਾਡਾ ਪਤਾ, ਪਰ ਨੈਟਵਰਕ ਨਹੀਂ ਹੈਗਾ, ਗੱਲ ਨਹੀਂ ਹੋ ਸਕਦੀ ਜੀ। ਸੁਰਤੀ ਬਿਰਤੀ ਵਾਲੇ ਜਿਹੜੇ ਉਹਨਾਂ ਦੇ ਨੈਟਵਰਕ ਜੁੜੇ ਹੁੰਦੇ ਆ, ਸੁਰਤ ਜੁੜੀ ਹੁੰਦੀ ਹੈ। ਭਾਈ ਗੁਰਦਾਸ ਜੀ ਦੀ ਗੱਲ ਮਹਾਰਾਜ ਤੱਕ ਪਹੁੰਚੀ। ਮਹਾਰਾਜ ਅਕਾਲ ਤਖਤ ਸਾਹਿਬ ਬੈਠੇ ਆ, ਅੰਤਰਜਾਮੀ ਗੁਰੂ ਜੀ। ਮਹਾਰਾਜ ਜਾਣਗੇ ਵੀ ਭਾਈ ਗੁਰਦਾਸ ਜੀ ਤੇ ਸਾਨੂੰ ਖਿੱਚ ਪਾ ਰਹੇ ਆ। ਹੁਣ ਮਹਾਰਾਜ ਅਕਾਲ ਤਖਤ ਸਾਹਿਬ ਬੈਠੇ, ਪਰ ਚੋਜ ਹੈ ਨਾ। ਮਹਾਰਾਜ ਕਹਿੰਦੇ ਉਹ ਭਾਈ ਗੁਰਦਾਸ ਕਿੱਥੇ ਹੈ? ਕਹਿੰਦੇ ਕਈ ਮਹੀਨੇ ਹੋ ਗਏ ਨਜ਼ਰ ਹੀ ਨਹੀਂ ਆਉਂਦੇ, ਕਿੱਥੇ ਚਲੇ ਗਏ ਆ? ਪਤਾ ਸਾਰੀ ਗੱਲ ਦਾ, ਫਿਰ ਵੀ ਪੁੱਛ ਰਹੇ ਨੇ। ਗੱਜ ਕੇ ਆਖੋ ਵਾਹਿਗੁਰੂ। ਭਾਈ ਜੇਠਾ ਜੀ, ਬਾਬਾ ਬਿਧੀ ਚੰਦ ਜੀ ਕਹਿੰਦੇ ਮਹਾਰਾਜ ਤੁਹਾਨੂੰ ਹੀ ਪਤਾ ਹੋਣਾ ਚਾਹੀਦਾ, ਤੁਸੀਂ ਤਾਂ ਘਟਾਂ ਦੀ ਜਾਣਦੇ ਹੋ। ਤੇ ਗੁਰੂ ਸਾਹਿਬ ਚੁੱਪ ਹੋ ਗਏ ਜੀ। ਤਿਆਰੀ ਕਰਦੇ ਵੀ ਭਾਈ ਗੁਰਦਾਸ ਜੀ ਨੂੰ ਸੱਦੀਏ। ਪਰ ਅਗਲੀ ਗੱਲ ਜਦੋਂ ਤੁਸੀਂ ਸੁਣੋਗੇ ਫਿਰ ਸੰਗਤ ਜੀ ਕੰਨਾਂ ਨੂੰ ਹੱਥ ਲੱਗ ਜਾਂਦਾ ਜੀ। ਪਤਾ ਕੀ ਜੀ, ਗੁਰੂ ਹਰਗੋਬਿੰਦ ਸਾਹਿਬ ਨੇ ਚਿੱਠੀ ਲਿਖੀ ਕਾਂਸ਼ੀ ਦੇ ਰਾਜੇ ਨੂੰ ਜੀ। ਚਿੱਠੀ ਲਿਖ ਕੇ ਇਹ ਲਿਖਿਆ, ਕਾਂਸ਼ੀ ਦੇ ਰਾਜੇ ਤੂੰ ਗੁਰੂ ਦਾ ਸਿੱਖ ਹੈ। ਗੁਰੂ ਘਰ ਦਾ ਇੱਕ ਚੋਰ ਕਾਂਸ਼ੀ ਵਿੱਚ ਆ ਕੇ ਲੁਕਿਆ,
ਉਹਦਾ ਨਾਮ ਗੁਰਦਾਸ ਹੈ। ਉਹਦੀਆਂ ਮੁਸ਼ਕਾਂ ਬੰਨ੍ਹ ਕੇ ਉਹਨੂੰ ਸਾਡੇ ਕੋਲ ਭੇਜ। ਹੁਣ ਰਾਜੇ ਨੇ ਸਾਰਾ ਕਾਂਸ਼ੀ ਇਕੱਠਾ ਕਰ ਲਿਆ ਜੀ, ਵੀ ਗੁਰੂ ਜੀ ਦੀ ਚਿੱਠੀ ਆਈ ਜੀ। ਜਦੋਂ ਪੜ੍ਹਿਆ ਤੇ ਮਹਾਰਾਜ ਭਾਈ ਗੁਰਦਾਸ ਜੀ ਦਾ ਨਾਮ ਗੁਪਤ ਕੀਤਾ ਜੀ ਉਹਨੇ ਜੀ। ਹੁਣ ਕਾਂਸ਼ੀ 'ਚ ਢਿੰਡੋਰਾ ਪਿਟਵਾਤਾ ਵੀ ਗੁਰੂ ਦਾ ਚੋਰ ਜਿਹੜਾ ਹੈਗਾ ਉਹ ਸਾਹਮਣੇ ਆ ਜੇ। ਭਾਈ ਗੁਰਦਾਸ ਜੀ ਰੋਜ਼ ਦੀ ਤਰ੍ਹਾਂ ਕਥਾ ਕਰਨ ਆਏ, ਕਥਾ ਕਰ ਲਈ। ਰਾਜੇ ਨੇ ਵੱਖਰਿਆਂ ਬਿਠਾਇਆ, ਕਹਿਣ ਲੱਗੇ ਭਾਈ ਗੁਰਦਾਸ ਜੀ, ਗੁਰੂ ਘਰ ਦਾ ਇੱਕ ਚੋਰ ਇੱਥੇ ਆ ਗਿਆ, ਉਹਦਾ ਨਾਮ ਭਾਈ ਗੁਰਦਾਸ ਹੈ। ਗੁਰੂ ਸਾਹਿਬ ਨੇ ਕਿਹਾ ਉਹਦੀਆਂ ਮੁਸ਼ਕਾਂ ਬੰਨ੍ਹ ਕੇ ਭੇਜਣੀਆਂ। ਲੱਭੀਏ ਭਾਈ ਗੁਰਦਾਸ ਜੀ ਦੇ ਅੱਗੇ ਰੀਲ ਨਹੀਂ ਜਿਵੇਂ ਘੁੰਮ ਜਾਂਦੀ ਜੀ, ਰੀਲ ਘੁੰਮ ਗਈ। ਭਾਈ ਗੁਰਦਾਸ ਜੀ ਰਾਜੇ ਦੇ ਅੱਗੇ ਹੀ ਹੱਥ ਜੋੜ ਦਿੱਤੇ ਜੀ। ਕਹਿੰਦੇ ਉਹ ਕੋਈ ਹੋਰ ਗੁਰਦਾਸ ਨਹੀਂ, ਉਹ ਮੇਰਾ ਹੀ ਨਾਮ ਹੈਗਾ ਹੈ ਜੀ। ਇੱਕ ਗੱਲ ਹੋਰ ਹੋ ਸਕਦੀ ਹੈ ਜੀ, ਜਿਵੇਂ ਰਾਜਾ ਹੈ, ਹੁਣ ਇੱਕ ਨਾਮ ਦੇ ਬੰਦੇ ਬੜੇ ਹੁੰਦੇ ਆ ਜੀ। ਹਾਂਜੀ, ਬਲਵਿੰਦਰ ਸਿੰਘ ਨਾਮ ਦੇ ਬੜੇ ਹੋਣਗੇ ਜੀ। ਹਾਂਜੀ, ਇਸੇ ਤਰ੍ਹਾਂ ਅਮਰਜੀਤ ਨਾਮ ਦੇ ਬੜੇ ਹੋਣਗੇ ਜੀ। ਉਹਨੇ ਕਿਹਾ ਵੀ ਗੁਰਦਾਸ ਨਾਮ ਦੇ ਕਈ ਹੋਣਗੇ, ਪਰ ਭਾਈ ਗੁਰਦਾਸ ਜੀ ਨੇ ਸਾਰੀ ਗੱਲ ਦੱਸੀ, ਮੈਂ ਹੀ ਗਲਤ ਹੈਗਾ, ਇਹ ਮੇਰੇ ਬਾਰੇ ਲਿਖਿਆ ਜੀ। ਜਿਸ ਇਲਾਕੇ 'ਚ ਸੰਗਤ ਦੀ ਪੂਜਾ ਹੁੰਦੀ ਹੋਵੇ, ਉੱਥੇ ਮੇਨ ਰਾਜੇ ਨੂੰ ਇਹ ਕਹਿਣਾ ਬੜੀ ਵੱਡੀ ਦਲੇਰੀ ਹੈਗੀ ਹੈ ਜੀ। ਚੇਤਾ ਰੱਖਿਓ, ਆਪਣੇ ਗੁਣ ਤਾਂ ਹਰ ਬੰਦਾ ਕਹਿ ਲਏਗਾ ਜੀ, ਲੋਕਾਂ ਨੂੰ ਦੱਸ ਦੇਗਾ ਜੀ, ਮੈਂ ਇਹੋ ਜਿਹਾ ਹੈਗਾ, ਮੈਂ ਇਹੋ ਜਿਹਾ ਹੈਗਾ। ਚਾਰ ਲੋਕ ਸਾਡੀ ਪ੍ਰਸ਼ੰਸਾ ਕਰਨ, ਸਾਡਾ ਇੱਜ਼ਤ ਮਾਣ ਕਰਨ, ਅਸੀਂ ਕਹਿੰਦੇ ਫਲਾਣਾ ਸਾਡੇ ਅੱਗੇ ਬੜੇ ਹੱਥ ਜੋੜਦਾ, ਆਹ ਬੰਦਾ ਨਹੀਂ ਮੇਰੇ ਅੱਗੇ ਹੱਥ ਜੋੜਦਾ, ਇਹ ਚੰਗਾ ਹੀ ਨਹੀਂ ਹੈਗਾ। ਇਹ ਬੰਦਾ ਨਹੀਂ ਮੇਰੇ ਨਾਲ ਕੁੰਦਾ ਚੰਗਾ, ਇਹ ਚੰਗਾ ਨਹੀਂ ਹੈਗਾ, ਭਾਵੇਂ ਉਹ ਕਿੰਨਾ ਹੀ ਚੰਗਾ ਹੋਵੇ। ਹਾਂਜੀ, ਬਸ ਜਿਹੜਾ ਮੈਨੂੰ ਬੁਲਾ ਰਿਹਾ ਜੀ ਉਹ ਚੰਗਾ ਜੀ, ਜਿਹੜਾ ਮੈਨੂੰ ਨਹੀਂ ਬੁਲਾਉਂਦਾ ਉਹ ਭਾਵੇਂ ਜਿੰਨਾ ਮਰਜ਼ੀ ਚੰਗਾ ਹੋਵੇ, ਅਸੀਂ ਕਹਿੰਦੇ ਉਹ ਨਹੀਂ ਚੰਗਾ ਜੀ। ਫਿਰ ਆਪਣੇ ਗੁਣ ਦੱਸ ਕੇ ਬੜਾ ਆਨੰਦ ਆਉਂਦਾ ਹੈ। ਕੋਈ ਵਿਰਲਾ ਹੀ ਮਾਂ ਦਾ ਪੁੱਤ ਹੁੰਦਾ ਜਿਹੜੇ ਆਪਣੇ ਔਗੁਣ ਲੋਕਾਂ ਨੂੰ ਦੱਸਦਾ ਹੈ ਜੀ। ਭਾਈ ਗੁਰਦਾਸ ਜੀ ਤੇ ਮਾਇਆ ਵਿੱਚ ਭਰਮ ਗਏ ਜੀ। ਮੈਨੂੰ ਮਾਫ ਕਰਿਓ, ਭਾਈ ਗੁਰਦਾਸ ਜੀ ਬੜੇ ਵੱਡੇ ਸਿੱਖ ਨੇ ਸੰਗਤ ਦੀ, ਬੜੇ ਵੱਡੇ ਸਿੱਖ ਹੈ। ਮੈਨੂੰ ਇਹ ਗੱਲ ਕਹਿੰਦਿਆਂ ਸ਼ਰਮ ਆਉਂਦੀ ਹੈ ਜੀ। ਅਸਲ 'ਚ ਮਹਾਰਾਜ ਨੇ ਸਿੱਖਿਆ ਦੇਣੀ ਸਾਨੂੰ ਸਾਰਿਆਂ ਨੂੰ, ਸਿੱਖੋ, ਗਲਤੀ ਕਿਸੇ ਕੋਲੋਂ ਹੋ ਸਕਦੀ ਹੈ, ਮਾਇਆ ਕਿਸੇ 'ਤੇ ਵੀ ਅਸਰ ਪਾ ਸਕਦੀ ਹੈ। ਸਿੱਖਿਆ ਦੇਣੀ ਹੈ ਚੋਟੀ ਦੇ ਬੰਦੇ ਰਾਹੀਂ ਦਿੱਤੀ ਜੀ, ਜਿੱਥੇ ਉਮੀਦ ਹੀ ਨਹੀਂ ਹੈਗੀ ਵੀ ਇਹ ਵੀ ਭੁੱਲ ਸਕਦੇ ਆ, ਚੋਟੀ ਦੇ ਸਿੱਖ ਰਾਹੀਂ ਦਿੱਤੀ ਜੀ। ਛੋੜਾ ਆਮ ਕੋਈ ਸਿੱਖ ਹੁੰਦਾ ਨਾ ਜੀ, ਉਹ ਗਲਤੀ ਕਰ ਦਿੰਦਾ ਕਿਸੇ ਨੇ, ਆਪਾਂ ਸਾਖੀ ਬਣਨੀ ਨਹੀਂ ਸੀਗੀ ਜੀ ਐਡੀ ਵੱਡੀ ਹੈ। ਇਹ ਗੱਲ ਵੀ ਭਾਈ ਗੁਰਦਾਸ ਜੀ ਕਰਕੇ ਬਣੀ ਹੈ। ਜਿੰਨਾ ਵੱਡਾ ਬੰਦਾ ਓਨੀ ਵੱਡੀ ਸਿੱਖਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਇਸ ਕਰਕੇ ਅਸੀਂ ਤਾਂ ਕਿਸੇ ਜੋਗੇ ਵੀ ਨਹੀਂ ਹੈਗੇ। ਹੁਣ ਰਾਜੇ ਦੀਆਂ ਤੇ ਭਾਈ ਗੁਰਦਾਸ ਜੀ ਦੀਆਂ ਗੱਲਾਂ ਹੁੰਦੀਆਂ ਜੀ। ਜਿੱਥੋਂ ਕੱਲ੍ਹ ਕਥਾ ਸਮਾਪਤ ਹੋਈ ਸੀ, ਉੱਥੋਂ ਹੀ ਕਥਾ ਸੁਣ ਗਏ। ਬੜੇ ਕਮਾਲ ਦੇ ਗੱਲਾਂ ਭਾਈ ਗੁਰਦਾਸ ਜੀ ਨੇ ਕਰਦੀਆਂ ਜੀ, ਸੁਣਨ ਵਾਲੀਆਂ ਗੱਲਾਂ ਨੇ। ਭਾਵੇਂ ਪਿਛਲੀ ਵਾਰੀ ਵੀ ਇਸ ਪ੍ਰਸੰਗ ਦੀ ਕਥਾ ਹੋਈ ਹੈ, ਪਰ ਜਦੋਂ ਬੰਦਾ ਸੁਣਦਾ ਉਹਨੂੰ ਇਉਂ ਲੱਗਦਾ ਵੀ ਮੈਂ ਤਾਂ ਪਹਿਲੀ ਵਾਰੀ ਸੁਣ ਰਿਹਾ ਜੀ ਇਹ ਗੱਲ ਜੀ। ਸੋ ਬੜੇ ਪਿਆਰ ਦੇ ਨਾਲ ਸੁਣਿਓ। ਸਭ ਸੰਗਤ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਭਾਈ ਗੁਰਦਾਸ ਜੀ। ਧੰਨ ਧੰਨ ਭਾਈ ਗੁਰਦਾਸ ਜੀ। ਸਭ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨ੍ਰਿਪ ਸੁਣ ਬਿਸਮਿਓ ਕਹਾਂ ਕਹਿਤ ਹੋ। ਉਹ ਜਦੋਂ ਭਾਈ ਗੁਰਦਾਸ ਜੀ ਕਹਿਣ ਨਾ ਵੀ ਮੈਂ ਹੀ ਆ, ਇਹ ਜਿਹਦੇ ਬਾਰੇ ਚੋਰ ਲਿਖਿਆ ਉਹ ਮੈਨੂੰ ਆਖਿਆ, ਰਾਜਾ ਬੜਾ ਹੈਰਾਨ ਹੋਇਆ ਜੀ।
ਰਾਜਾ ਕਹਿੰਦਾ ਭਾਈ ਸਾਹਿਬ ਇਹ ਕੀ ਕਹਿ ਰਹੇ ਹੋ ਤੁਸੀਂ? ਹਾਂਜੀ, ਇਤੋ ਦੋਸ਼ ਕਿਮ ਆਪਨ ਲਹਿਤ ਹੋ। ਇਹ ਕੀ ਕਹਿ ਰਹੇ ਹੋ? ਇੰਨਾ ਵੱਡਾ ਦੋਸ਼ ਤੁਸੀਂ ਆਪਣੇ ਉੱਤੇ ਲੈ ਰਹੇ ਹੋ। ਚੋਰ, ਉਹ ਵੀ ਤੁਸੀਂ, ਅਸੀਂ ਮੰਨ ਹੀ ਨਹੀਂ ਸਕਦੇ ਜੀ। ਬੜਾ ਉੱਚਾ ਸੁੱਚਾ ਜੀਵਨ ਹੈ ਭਾਈ ਗੁਰਦਾਸ ਜੀ ਦਾ ਜੀ। ਚੋਰੀ, ਉਹ ਵੀ ਭਾਈ ਗੁਰਦਾਸ ਜੀ ਮੰਨਣ ਦੀ ਨਹੀਂ ਗੱਲ ਆਉਂਦੀ ਜੀ। ਪਰ ਉਹ ਬਾ ਭੁਲੇਖਾ ਜੀ ਇੱਕ ਜੀ। ਹਾਂਜੀ, ਲਿਖੇ ਕੇ ਮੁਸ਼ਕੈ ਬੰਦ ਪਠਾਵੋ। ਕਹਿਣ ਲੱਗਾ ਰਾਜਾ ਭਾਈ ਜੀ, ਗੁਰੂ ਜੀ ਨੇ ਮੈਨੂੰ ਕਿਹਾ ਵੀ ਜਿਹੜਾ ਚੋਰ ਹੈ ਉਹਦੀਆਂ ਮੁਸ਼ਕਾਂ ਬੰਨ੍ਹ ਕੇ ਸਾਡੇ ਕੋਲ ਭੇਜੋ। ਮੁਸ਼ਕਾਂ ਮਤਲਬ ਦੋਵੇਂ ਹੱਥ ਪਿੱਛੇ ਬੰਨ੍ਹ ਕੇ ਜੀ। ਹਾਂਜੀ, ਪੁਰ ਮਹਿ ਬਸੈ ਤਹਾਂ ਖੁਜਵਾਵੋ। ਤੇ ਮਹਾਰਾਜ ਨੇ ਮੈਨੂੰ ਕਿਹਾ ਵੀ ਤੇਰੇ ਨਗਰ 'ਚ ਰਹਿੰਦਾ ਹੈ ਤੇ ਲੱਭ, ਚੋਰ ਲੱਭ। ਹਾਂਜੀ, ਕਹਾਂ ਕਰਿਓ ਤੁਮ ਗੁਰ ਅਪਰਾਧੂ। ਤੁਸੀਂ ਏਡਾ ਵੱਡਾ ਅਪਰਾਧ ਨਹੀਂ ਕਰ ਸਕਦੇ, ਮਨ ਨਹੀਂ ਮੰਨਦਾ। ਤੁਸੀਂ ਇਹੋ ਜਿਹੀ ਕੀ ਗੱਲ ਕਰ ਦਿੱਤੀ? ਹਾਂਜੀ, ਮਹਾ ਪ੍ਰਬੀਨ ਸੁਮਤ ਸੁਖ ਸਾਧੂ। ਆਪ ਜੀ ਤੇ ਬੜੇ ਸਿਆਣੇ ਹੋ, ਫਿਰ ਬੜੀ ਸਿਆਣੀ ਮੱਤ ਵਾਲੇ ਹੋ, ਤੇ ਸੁੱਖ ਰੂਪ ਸਾਧੂ 'ਚ ਸੁੱਖ ਰੂਪ, ਤੁਹਾਡੇ ਤੇ ਦਰਸ਼ਨ ਕਰਕੇ ਹੀ ਸੁੱਖ ਮਿਲਦਾ। ਹਾਂਜੀ, ਇਹ ਕੋ ਅਪਰ ਲਿਖਿਓ ਪੁਰ ਮਹੀਆ। ਇਹ ਕੋਈ ਹੋਰ ਗੁਰਦਾਸ ਹੋਏਗਾ ਜਿਹਦਾ ਨਾਮ ਮਹਾਰਾਜ ਨੇ ਲਿਖਿਆ ਨਾ। ਇਹ ਨਗਰ ਦੇ ਵਿੱਚ ਕਾਂਸ਼ੀ 'ਚ ਕੋਈ ਹੋਰ ਇਸ ਨਾਮ ਦਾ ਵਿਅਕਤੀ ਹੋਏਗਾ। ਸਨੈ ਸਨੈ ਖੋਜੈ ਜਹ ਕਹੀਆ। ਕੋਈ ਗੱਲ ਨਹੀਂ, ਮੈਂ ਸ਼ਹਿਰ ਦੇ ਵਿੱਚ ਹੌਲੀ ਹੌਲੀ ਉਹਦੀ ਖੋਜ ਕਰਨੀ ਹੈ। ਆਖਰ ਮੈਨੂੰ ਮਹਾਰਾਜ ਦਾ ਹੁਕਮ ਹੈ। ਹਾਂਜੀ, ਇਹ ਹੋਏ ਤੋ ਪਠੈ ਬਨਾਈ। ਹਾਂਜੀ, ਨਾਹੇ ਤਾਂ ਲਿਖੈ ਨਾ ਕੋਈ ਸਥਾਈ। ਤੇ ਭਾਈ ਸਾਹਿਬ ਜੇ ਤੇ ਚੋਰ ਲੱਭ ਗਿਆ ਠੀਕ ਹੈ, ਨਹੀਂ ਤੇ ਮੈਂ ਚਿੱਠੀ ਲਿਖ ਦਿਆਂਗਾ ਮਹਾਰਾਜ ਨੂੰ ਕਿ ਮਹਾਰਾਜ ਇੱਥੇ ਗੁਰਦਾਸ ਨਾਮ ਦਾ ਕੋਈ ਚੋਰ ਨਹੀਂ ਹੈਗਾ। ਹਾਂਜੀ, ਸੁਨ ਗੁਰਦਾਸ ਨ੍ਰਿਪਤ ਸੁਗਾਇਓ। ਆਖੋ ਵਾਹਿਗੁਰੂ। ਵਾਹਿਗੁਰੂ। ਸੰਗਤ ਜੀ, ਜੇ ਹੁਣ ਪਿੱਛੋਂ ਮਹਾਰਾਜ ਸਹਾਇਤਾ ਕਰਨ ਦੇ ਭਾਈ ਗੁਰਦਾਸ ਜੀ ਦੀ ਜੀ, ਗੁਰੂ ਕਿਰਪਾਲੂ ਹੋਵੇ ਬੰਦੇ ਦੀ ਮੱਤ ਸਿਆਣੀ ਹੋ ਜਾਂਦੀ ਹੈ ਜੀ। ਪਿੱਛੋਂ ਮਹਾਰਾਜ ਛੇਵੇਂ ਪਾਤਸ਼ਾਹ ਮਿਹਰ ਕਰਨ ਦੇ ਆ। ਹਾਂਜੀ, ਭਾਈ ਗੁਰਦਾਸ ਜੀ ਨੇ ਉੱਤਰ ਦਿੱਤਾ ਜੀ। ਹਾਂਜੀ, ਕਹਾਂ ਮੇਵਰਾ ਜੋ ਚੱਲ ਆਇਓ। ਕਹਿੰਦੇ ਨਹੀਂ ਮੈਂ ਹੀ ਆ, ਇਹ ਮੇਰੇ ਬਾਰੇ ਹੀ ਕਿਹਾ। ਤੂੰ ਉਹ ਸਿੱਖ ਕਿੱਥੇ ਆ ਜਿਹੜਾ ਹੁਕਮਨਾਮਾ ਲੈ ਕੇ ਆਇਆ? ਉਹ ਸਿੱਖ ਨੂੰ ਸੱਦ ਮੇਰੇ ਕੋਲ। ਹਾਂਜੀ, ਤਬ ਭੂਪਤ ਨਿਜ ਨਿਕਟ ਹਕਾਰਾ। ਰਾਜੇ ਨੇ ਉਸ ਸਿੱਖ ਨੂੰ ਸੱਦਿਆ ਜਿਹੜਾ ਹੁਕਮਨਾਮਾ ਸਾਹਿਬ ਲੈ ਕੇ ਆਇਆ ਸੀਗਾ। ਹਾਂਜੀ, ਕਰ ਚਿਨਾਰ ਗੁਰਦਾਸ ਹਕਾਰਾ। ਗੱਜ ਕੇ ਆਖੋ ਵਾਹਿਗੁਰੂ। ਤੇ ਭਾਈ ਗੁਰਦਾਸ ਜੀ ਦੇ ਕੋਲ ਉਸ ਸਿੱਖ ਨੂੰ ਲੈ ਕੇ ਆਇਆ ਰਾਜਾ। ਹਾਂਜੀ, ਕਰੀ ਮੇਵਰੇ ਨੇ ਤਬ ਬੰਧਨ। ਮੇਵੜਾ ਸਿੱਖ ਭੇਜਿਆ ਸੀ ਅਰਦਾਸੀਆ, ਮੇਵੜੇ ਨੂੰ ਭੇਜਿਆ ਸੀਗਾ। ਮੇਵੜੇ ਨੇ ਪਛਾਣਿਆ ਵੀ ਇਹ ਤੇ ਭਾਈ ਗੁਰਦਾਸ ਜੀ ਨੇ। ਆਖੋ ਵਾਹਿਗੁਰੂ। ਵਾਹਿਗੁਰੂ। ਤੇ ਕਈ ਮਹੀਨੇ ਹੋ ਗਏ ਇਹਨਾਂ ਦੇ ਦਰਸ਼ਨ ਨਹੀਂ ਹੋਏ। ਮੇਵੜੇ ਨੇ ਪਹਿਲਾਂ ਭਾਈ ਗੁਰਦਾਸ ਜੀ ਨੂੰ ਮੱਥਾ ਟੇਕਿਆ ਜੀ। ਹਾਂਜੀ, ਕੁਸ਼ਲ ਪ੍ਰਸ਼ਨ ਤੇ ਹੋਏ ਅਭਿਨੰਦਨ। ਭਾਈ ਗੁਰਦਾਸ ਜੀ ਨੇ ਪੁੱਛਿਆ ਰਾਜੀ ਖੁਸ਼ੀ ਹੈ? ਉਹਨੇ ਕਿਹਾ ਜੀ ਗੁਰੂ ਜੀ ਦੀ ਮਿਹਰ ਹੈ। ਹਾਂਜੀ, ਮਿਲੇ ਪਰਸ ਪਰ ਹਰਖਤ ਹੋਏ। ਉਹ ਅਰਦਾਸੀਆ ਵੀ ਬੜਾ ਖੁਸ਼ ਹੋਇਆ ਜੀ ਮਿਲ ਕੇ ਜੀ। ਅਖੀਰ ਭਾਈ ਗੁਰਦਾਸ ਜੀ ਨੇ, ਕੋਈ ਛੋਟੀ ਹਸਤੀ ਥੋੜੀ ਹੈਗੀ ਹੈ ਜੀ ਇਹ। ਹਾਂਜੀ, ਨੇਹ ਸਨੇ ਬਹੁ ਸਭਹਿਨ ਜੋਏ। ਤੇ ਪਿਆਰ ਭਰੇ ਮਿਲਾਪ ਹੋਇਆ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਬਿਲਾਸ ਹੋਏ ਜੀ। ਹਾਂਜੀ, ਪੁਨ ਭੂਪਤ ਕੋ ਸਭ ਸਮਝਾਇਓ। ਹਾਂਜੀ। ਸਤਿਗੁਰ ਪਰਖਨ ਬਿਉਂਤ ਬਨਾਇਓ। ਹੁਣ ਭਾਈ ਗੁਰਦਾਸ ਜੀ ਰਾਜੇ ਨੂੰ ਦੱਸਦੇ, ਕਹਿੰਦੇ ਭਾਈ ਗੁਰਦਾਸ ਜੀ ਰਾਜੇ, ਮੈਂ ਇੱਕ ਪੰਕਤੀ ਲਿਖੀ ਸੀਗੀ ਕਿ ਜੇ ਗੁਰੂ ਕੋਈ ਸਾਂਗ ਵਰਤਾਵੇ, ਸਿੱਖ ਨੂੰ ਭਰੋਸਾ ਨਹੀਂ ਛੱਡਣਾ ਚਾਹੀਦਾ। ਮੈਂ ਇਕੱਲੇ ਭਰੋਸੇ ਦੀ ਗੱਲ ਕਰਦਾ ਸਾਂ, ਗੁਰੂ ਦੀ ਮਿਹਰ ਦੀ ਗੱਲ ਨਹੀਂ ਕੀਤੀ ਸੀਗੀ। ਤੇ ਹੁਣ ਮੇਰਾ ਭਰੋਸਾ ਪਰਖਣ ਵਾਸਤੇ ਗੁਰੂ ਜੀ ਨੇ ਖੇਡ ਰਚੀ ਹੈ।
ਇਹ ਮੇਰਾ ਭਰੋਸਾ ਵੇਖਣ ਦਾ ਹੈ ਮਹਾਰਾਜ, ਤੇ ਮੇਰੇ ਤੇ ਹੁਣ ਉਹਨਾਂ ਦੀ ਮਿਹਰ ਹੋਈ ਹੈ। ਹਾਂਜੀ, ਪ੍ਰਥਮ ਠੀਕ ਕਰੀ ਧਨ ਕੀ ਕੀਨ। ਜਦੋਂ ਨਹੀਂ ਸੀ ਮਿਹਰ ਹੋਈ, ਮੈਂ ਭਰਮ ਚ ਸਾਂ ਤੇ ਮੋਹਰਾਂ ਮੈਨੂੰ ਠੀਕਰੀਆਂ ਨਜ਼ਰ ਆਈਆਂ ਹੈਗੀਆਂ। ਲੱਗ ਗਈ ਗੱਲ ਸਾਰੀ ਪਤਾ ਜੀ ਭਾਈ ਗੁਰਦਾਸ ਜੀ ਨੂੰ। ਚੇਤਾ ਰੱਖਿਓ, ਸਿਆਣੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਕਿੱਥੋਂ ਕੁ ਮੇਰੇ ਕੋ ਭੁੱਲ ਹੋ ਗਈ ਹੈ। ਆਖੋ ਗੱਜ ਕੇ ਵਾਹਿਗੁਰੂ। ਸਿਆਣੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਇੱਥੋਂ ਕਿ ਮੇਰੇ ਕੋਲੋਂ ਭੁੱਲ ਹੋ ਗਈ ਹੈ। ਤੇ ਮੂਰਖ ਨੂੰ ਮੁੱਖੋਂ ਵੀ ਕਹੋ ਨਾ ਤੇਰੇ ਕੋ ਇੱਥੋਂ ਭੁੱਲ ਹੋ ਗਈ, ਮੂਰਖ ਨਹੀਂ ਮੰਨਦਾ ਜੀ। ਉਹ ਕਹਿੰਦਾ ਤੁਹਾਡੇ ਕੋ ਹੋਈ ਹੋਏਗੀ, ਮੇਰੇ ਕੋ ਨਹੀਂ ਹੋਈ। ਸਿਆਣੇ ਬੰਦੇ ਨੂੰ ਪਤਾ ਲੱਗ ਜਾਂਦਾ ਜੀ। ਭਾਈ ਗੁਰਦਾਸ ਜੀ ਨੇ ਦੱਸੀ ਗੱਲ, ਕਿਵੇਂ ਮੈਂ ਮੋਹਰਾਂ ਨੂੰ ਠੀਕਰੀਆਂ ਸਮਝਿਆ। ਹਾਂਜੀ, ਮੈਂ ਤਬ ਭਰਮਿਓ ਸਕਿਓ ਨਾ ਚੀਨ। ਮੈਂ ਹੀ ਭਰਮ ਚ ਪੈ ਗਿਆ, ਮੈਨੂੰ ਸਮਝ ਨਾ ਆਈ ਉਸ ਸਮੇਂ। ਹਾਂਜੀ, ਗੁਰ ਕੇ ਚਰਿਤ ਅਗੰਮ ਨਾ ਜਨਿਤ। ਤੇ ਕਹਿਣ ਲੱਗੇ ਰਾਜਨ, ਤੁਸੀਂ ਬੜੇ ਚਿਰ ਦੀ ਗੁਰੂ ਸਾਹਿਬ ਦੀ ਸਿਫਤ ਸੁਣ ਰਹੇ ਹੋ, ਅੱਜ ਇੱਕ ਹੋਰ ਗੱਲ ਸੁਣ ਲਓ। ਗੁਰ ਕੇ ਚਰਿਤਰ ਅਗੰਮ ਨਾ ਜਨੀਅਤ। ਗੁਰੂ ਹਰਗੋਬਿੰਦ ਸਾਹਿਬ ਦੇ ਕੌਤਕ ਬੰਦੇ ਨੂੰ ਸਮਝ ਨਹੀਂ ਆ ਸਕਦੇ, ਸਮਝ ਨਹੀਂ ਆ ਸਕਦੇ। ਹਾਂਜੀ, ਸਿੱਖ ਸੰਭਾਰ ਸਕੈ ਨਹਿ ਭੰਨਿਅਤ। ਸਿੱਖ ਸਮਝ ਹੀ ਨਹੀਂ ਸਕਦਾ। ਕੋਈ ਸਿੱਖ ਇਹ ਨਹੀਂ ਕਹਿ ਸਕਦਾ ਮੈਂ ਗੁਰੂ ਦਾ ਕੌਤਕ ਸਮਝ ਸਕਦਾ। ਨਹੀਂ, ਗੁਰੂ ਦਾ ਕੌਤਕ ਗੁਰੂ ਜੀ ਜਾਣਦੇ ਆ। ਹਾਂਜੀ, ਮੁਸ਼ਕਾਂ ਬਾਂਧਨ ਰਿਸ ਕਰ ਕਹਿਬੋ। ਅੱਜ ਗੁੱਸੇ 'ਚ ਆ ਕੇ ਮੇਰੀਆਂ ਮੁਸ਼ਕਾਂ ਬੰਨਣ ਨੂੰ ਤੁਹਾਨੂੰ ਉਹਨਾਂ ਨੇ ਆਖਿਆ। ਹਾਂਜੀ, ਇਸ ਮੈਂ ਤਿਮ ਪਰਖਨ ਬਿਦ ਲਹਿਬੋ। ਉਹ ਮੈਨੂੰ ਪਰਖਣਾ ਚਾਹੁੰਦੇ ਆ ਵੀ ਗੁਰਦਾਸ ਨਾਰਾਜ਼ ਤੇ ਨਹੀਂ ਹੁੰਦਾ। ਆਖੋ ਵਾਹਿਗੁਰੂ ਵਾਹਿਗੁਰੂ। ਜੇ ਭਰਮ 'ਚ ਰਹਿੰਦੇ ਨਾ ਤੇ ਭਾਈ ਗੁਰਦਾਸ ਜੀ ਇੱਕ ਹੋਰ ਗੱਲ ਕਹਿ ਸਕਦੇ ਸੀ ਵੀ ਰਾਜਾ ਜੀ ਗੁਰੂ ਜੀ ਨੂੰ ਲਿਖ ਦਿਓ ਵੀ ਕੋਈ ਗੁਰਦਾਸ ਨਹੀਂ ਹੈਗਾ ਇੱਥੇ। ਪਰ ਨਹੀਂ, ਹੁਣ ਉਹ ਮੰਨਣ ਦਾ ਇਹ ਹੈ ਜੀ ਸਾਰੀ ਗੱਲ ਹੈ। ਹਾਂਜੀ, ਅਬ ਮੈਂ ਨੈ ਪਰ ਮਨ ਕੋ ਧਰਹੂੰ। ਭਾਈ ਗੁਰਦਾਸ ਜੀ ਕੰਨਾਂ ਨੂੰ ਹੱਥ ਲਾ ਕੇ ਕਹਿੰਦੇ ਹੁਣ ਨਹੀਂ ਭਰਮ 'ਚ ਪੈਣਾ, ਹੁਣ ਗੁਰ ਝਿੜਕੇ ਤਾਂ ਮੀਠਾ ਲਾਗੇ, ਹੁਣ ਨਹੀਂ ਭਰਮ 'ਚ ਪੈਣਾ। ਹਾਂਜੀ, ਲਿਖਿਓ ਜਥਾ ਸੋਈ ਬਿਦ ਕਰਹੂੰ। ਜਿਵੇਂ ਲਿਖਿਆ ਉਵੇਂ ਹੀ ਕਰੋ, ਮੈਂ ਵੀ ਉਂਝ ਹੀ ਜਾਵਾਂਗਾ। ਭਾਈ ਗੁਰਦਾਸ ਜੀ ਕਹਿ ਸਕਦੇ ਸੀ ਵੀ ਮੈਂ ਤੇ ਕੋਈ ਚੋਰੀ ਕੀਤੀ ਨਹੀਂ ਜੀ, ਮੈਂ ਤੇ ਚੋਰ ਹੀ ਨਹੀਂ ਹੈਗਾ। ਹਾਂਜੀ, ਪਰ ਕੀਤੀ ਵੀ ਨਹੀਂ ਚੋਰੀ, ਵੈਸੇ ਹੀ ਮਹਾਰਾਜ ਨੇ ਲਿਖਤਾ ਵੀ ਸਾਡਾ ਚੋਰ ਹੈਗਾ ਜੀ। ਆਖੋ ਵਾਹਿਗੁਰੂ। ਸਵਾਦ ਤੇ ਤਾਂ ਹੀ ਹੈ, ਤੁਸੀਂ ਗਲਤੀ ਨਹੀਂ ਕੀਤੀ, ਗੁਰੂ ਕਹੇ ਕਿਉਂ ਇਹ ਗਲਤੀ ਕੀਤੀ ਹੋ, ਤੁਸੀਂ ਕਹੋ ਜੀ ਭੁੱਲ ਹੋ ਗਈ ਜੀ। ਬਾਬਾ ਤਾਰਾ ਸਿੰਘ ਜੀ ਸਰਹਾਲੀ ਵਾਲੇ ਹੋਏ ਜੀ, ਸਰਹਾਲੀ ਨਗਰ 'ਚ ਬਾਬਾ ਤਾਰਾ ਸਿੰਘ ਜੀ ਤੇ ਬਾਬਾ ਦਰਸ਼ਨ ਸਿੰਘ ਬਟਾਲੇ ਵਾਲੇ ਨਾ ਛੋਟੇ ਜਿਹੇ ਸੀਗੇ ਜੀ ਉਦੋਂ, ਤੇ ਇਹ ਲਾਂਗਰੀ ਦੀ ਸੇਵਾ ਕਰਦੇ ਸੀਗੇ ਜੀ, ਲੰਗਰ ਬਣਾਉਂਦੇ ਸੀਗੇ। ਹਾਂਜੀ, ਤੇ ਬਾਬਾ ਤਾਰਾ ਸਿੰਘ ਆਏ ਜੀ, ਇਹ ਕੜਛੀ ਫੇਰਨ ਦਾ ਸੀਗੇ ਜੀ, ਕੜਛੀ। ਤੇ ਬਾਬਾ ਤਾਰਾ ਸਿੰਘ ਹੋਣਾ ਇੱਕ ਨਿੱਕਾ ਜਿਹਾ ਧੱਫਾ ਵੀ ਮਾਰਿਆ ਤੇ ਨਾਲੇ ਕਹਿੰਦੇ ਕੜਛੀ ਕੱਢ ਕੇ ਜੀਭ ਕੜਛੀ ਤੇ ਲਾਈ ਜਾਂਦਾ ਹੈ। ਤੇ ਇਹ ਪਤਾ ਕੀ ਕਹਿਣ ਲੱਗੇ ਜੀ ਬਾਬਾ ਦਰਸ਼ਨ ਸਿੰਘ ਬਟਾਲੇ ਵਾਲੇ, ਕਹਿੰਦੇ ਮਹਾਰਾਜ ਜੀ ਭੁੱਲ ਹੋ ਗਈ, ਹੁਣੇ ਧੋ ਕੇ ਆਉਣਾ, ਮੈਂ ਹੁਣੇ ਧੋ ਕੇ ਆਉਣਾ ਹਾਂ। ਹਾਂਜੀ, ਉਸੇ ਵੇਲੇ ਧੋਣ ਚਲੇ ਗਏ ਤੇ ਜਦੋਂ ਧੋ ਕੇ ਆਏ ਤਾਂ ਉਹਨਾਂ ਗਲਵੱਕੜੀ 'ਚ ਲੈ ਲਿਆ। ਕਹਿੰਦੇ ਮੈਨੂੰ ਵੀ ਪਤਾ ਵੀ ਗਰਮ ਗਰਮ ਕੜਛੀ ਨੂੰ ਕੋਈ ਜੀਭ ਨਹੀਂ ਲਾਉਂਦਾ, ਮੈਂ ਤਾਂ ਤੈਨੂੰ ਪਰਖਣਾ ਚਾਹੁੰਦਾ ਸਾਂ ਵੀ ਤੂੰ ਅੱਗੋਂ ਕੀ ਬੋਲਦਾ ਹੈ। ਆਖੋ ਵਾਹਿਗੁਰੂ, ਤੂੰ ਅੱਗੋਂ ਕੀ ਬੋਲਦਾ, ਕਿੰਨੀ ਕੁ ਨਿਮਰਤਾ ਆਈ ਹੈ। ਕਹਿੰਦੇ ਤੂੰ ਪਾਸ ਹੋ ਗਿਆ, ਤੂੰ ਪਾਸ ਹੋ ਗਿਆ। ਇਹੋ ਹੀ ਤੇ ਪਰਖ ਸੀ, ਲੈਣਿਆ ਮੁਰਦਾ ਖਾ 7 ਵਚਨ ਮਹਾਰਾਜ, 7 ਵਚਨ, ਇਹੋ ਤੇ ਪਰਖ ਸੀਗੀ। ਸਵਾਦ ਹੀ ਉਦੋਂ ਹੈ, ਗਲਤੀ ਨਾ ਹੋਵੇ, ਗੁਰੂ ਕਹੇ ਤੇਰੀ ਗਲਤੀ ਹੈ, ਹਾਂਜੀ ਮਹਾਰਾਜ ਮੇਰੀ ਗਲਤੀ, ਬੰਦਾ ਸਫਾਈਆਂ ਨਾ ਦੇਣ ਲੱਗ ਪਵੇ।
ਜਿਹੜਾ ਸਫਾਈ ਦੇਣ ਲੱਗ ਪਿਆ ਨਾ ਜੀ, ਸਮਝੋ ਅਜੇ ਕਚਿਆਈ ਹੈਗੀ ਹੈ ਜੀ, ਅਜੇ ਕਚਿਆਈ ਹੈ। ਇੱਥੇ ਤੇ ਸਫਾਈ ਦੇਣ ਦਾ ਮਤਲਬ ਹੀ ਕੋਈ ਨਹੀਂ ਹੈਗਾ ਜੀ, ਸਫਾਈ ਦੇਣ ਦਾ ਕੋਈ ਮਤਲਬ ਨਹੀਂ ਹੈਗਾ। ਜੇ ਗੁਰੂ ਨੇ ਕਿਹਾ ਗਲਤ ਹੈ, ਭਾਵੇਂ ਨਹੀਂ ਹੈਗੇ ਤਾਂ ਵੀ ਆਖੋ ਹਾਂਜੀ ਮਹਾਰਾਜ ਗਲਤੀ ਹੈਗੇ ਆ, ਫਿਰ ਖੁਸ਼ੀ ਹੈ। ਚੋਰੀ ਤਾਂ ਨਹੀਂ ਕੀਤੀ ਭਾਈ ਗੁਰਦਾਸ ਜੀ ਨੇ ਕੋਈ, ਪਰ ਮਹਾਰਾਜ ਨੇ ਚੋਰ ਲਿਖ ਦਿੱਤਾ। ਭਾਈ ਗੁਰਦਾਸ ਜੀ ਕਹਿੰਦੇ ਮੈਂ ਚੋਰ ਹੀ ਹੈਗਾ, ਤੁਸੀਂ ਬੰਨੋ ਮੇਰੀਆਂ ਮੁਸ਼ਕਾਂ ਤੇ ਲੈ ਕੇ ਚੱਲੋ ਮੈਨੂੰ ਮਹਾਰਾਜ ਕੋਲ। ਹਾਂਜੀ, ਤਿਮ ਤਸਕਰ ਹੋਏ ਦਰਸੋਂ ਜਾਏ। ਮੈਂ ਚੋਰ ਬਣ ਕੇ ਹੀ ਦਰਸ਼ਨ ਕਰਾਂਗਾ ਮਹਾਰਾਜ ਦੇ। ਜੇ ਮਹਾਰਾਜ ਨੇ ਕਿਹਾ ਨਾ ਤੇ ਚੋਰ ਹੀ ਬਣ ਕੇ ਦਰਸ਼ਨ ਕਰਾਂਗਾ। ਹਾਂਜੀ, ਚੋਰੀ ਕਰੀ ਜੋ ਲਿਹੋ ਬਖਸ਼ਾਏ। ਤੇ ਜਿਹੜੀ ਚੋਰੀ ਕੀਤੀ ਬਖਸ਼ਾਵਾਂਗਾ ਵੀ। ਵੇਖੋ ਉਹ ਭੁੱਲ ਬਖਸ਼ਾਉਣ ਦੀ ਗੱਲ ਕਰਦੇ ਜਿਹੜੀ ਕੀਤੀ ਨਹੀਂ ਜੀ। ਕਹਿੰਦੇ ਜਿਹੜੀ ਚੋਰੀ ਹੋ ਗਈ ਹੈ ਨਾ ਉਹ ਮੈਂ ਬਖਸ਼ਾਵਾਂਗਾ ਮਹਾਰਾਜ ਕੋਲੋਂ। ਹਾਂਜੀ, ਤੁਮ ਗੁਰ ਹੁਕਮ ਨਾ ਫੇਰਨ ਕਰੀਏ। ਰਾਜਾ ਜੀ ਤੁਸੀਂ ਗੁਰੂ ਜੀ ਦਾ ਹੁਕਮ ਨਾ ਮੋੜੋ, ਜੋ ਮਹਾਰਾਜ ਨੇ ਕਿਹਾ ਉਸੇ ਤਰ੍ਹਾਂ ਕਰੋ। ਦੇਹੋ ਮੁਸ਼ਕਾਂ ਬੰਦ ਆਗੇ ਧਰੀਏ। ਵਾਹਿਗੁਰੂ ਮੇਰੀਆਂ ਮੁਸ਼ਕਾਂ ਬੰਨ ਕੇ ਮੈਨੂੰ ਗੁਰੂ ਜੀ ਦੇ ਅੱਗੇ ਪੇਸ਼ ਕਰੋ, ਤੁਹਾਨੂੰ ਇਹ ਹੁਕਮ ਹੋਇਆ। ਹਾਂਜੀ, ਨਰਿਪ ਜੁਤ ਸਭਾ ਸਭੀ ਬਿਸਮਾਈ। ਉਹ ਰਾਜਾ ਵੀ ਹੈਰਾਨ ਤੇ ਲੋਕ ਵੀ ਹੈਰਾਨ ਜੀ, ਵੀ ਇਹ ਕਿਵੇਂ ਹੋ ਸਕਦਾ ਹੈ। ਹਾਂਜੀ, ਆਗਮ ਗੁਰੂ ਗਤ ਕੋ ਲਖ ਪਾਈ। ਤੇ ਬਸ ਇੱਕੋ ਹੀ ਗੱਲ ਕਹਿਣ ਵੀ ਗੁਰੂ ਦੀ ਗਤੀ ਨੂੰ ਸਮਝਿਆ ਨਹੀਂ ਜਾ ਸਕਦਾ, ਗੁਰੂ ਜੀ ਦੇ ਚਰਿੱਤਰ ਅਵਸਥਾ ਨੂੰ ਕੋਈ ਸਮਝ ਨਹੀਂ ਸਕਦਾ। ਭਾਈ ਗੁਰਦਾਸ ਜੀ ਨੂੰ ਚੋਰ ਲਿਖ ਦਿੱਤਾ ਜੀ। ਹਾਂਜੀ, ਕਹਿ ਬਹੁ ਬਾਰ ਪੂਜਾ ਬੰਦਵਾਈ। ਉਹ ਕਹਿਣ ਭਾਈ ਜੀ ਅਸੀਂ ਤੁਹਾਡੀਆਂ ਬਾਹਾਂ ਨਹੀਂ ਬੰਨ ਸਕਦੇ। ਭਾਈ ਗੁਰਦਾਸ ਜੀ ਕਹਿੰਦੇ ਬੰਨੋ, ਉਹ ਕਹਿਣ ਅਸੀਂ ਨਹੀਂ ਬੰਨ ਸਕਦੇ। ਕਾਸ਼ੀ 'ਚ ਕੋਈ ਬੰਦਾ ਤਿਆਰ ਨਹੀਂ ਹੋਇਆ ਜਿਹੜਾ ਭਾਈ ਗੁਰਦਾਸ ਜੀ ਦੀਆਂ ਬਾਹਾਂ ਬੰਨੇ ਜੀ। ਸਿੱਖ ਦਾ ਵੀ ਜੀਵਨ ਹੈਗੀ ਜੀ। ਉਹ ਜਿਵੇਂ ਮਹਾਰਾਜ ਨੇ ਸਾਰਿਆਂ ਨੂੰ ਮਸੰਦ ਜਦੋਂ ਖਰਾਬ ਹੋਏ ਤੇ ਗੁਰੂ ਸਾਹਿਬ ਨੇ ਕਿਹਾ ਵੀ ਇਹਨਾਂ ਦੀਆਂ ਦਾੜੀਆਂ ਫੜ ਕੇ ਲੈ ਕੇ ਆਓ, ਦਸਵੇਂ ਪਾਤਸ਼ਾਹ ਨੇ। ਤੇ ਜਦੋਂ ਸਿੱਖ ਗਏ ਨਾ ਜੀ ਭਾਈ ਫੇਰੂ ਜੀ ਕੋਲ, ਭਾਈ ਫੇਰੂ ਜੀ ਲੰਗਰ ਵਰਤਾਉਂਦੇ ਸੀਗੇ। ਸਿੱਖਾਂ ਹੁਕਮ ਸੁਣਾਇਆ, ਭਾਈ ਫੇਰੂ ਜੀ ਸਾਨੂੰ ਹੁਕਮ ਹੈ ਤੁਹਾਡੀ ਦਾੜੀ ਫੜ ਕੇ ਲੈ ਕੇ ਜਾਣੀ ਗੁਰੂ ਕੋਲ, ਪਰ ਤੁਹਾਡੀ ਸੇਵਾ ਵੇਖ ਕੇ ਸਾਡਾ ਜੀ ਨਹੀਂ ਕਰਦਾ ਦਾੜੀ ਫੜਨ ਨੂੰ। ਅਸੀਂ ਨਹੀਂ, ਮਹਾਰਾਜ ਨੇ ਕਹੇ ਮੁਸ਼ਕਾਂ ਵੀ ਬੰਨੋ ਤੇ ਦਾੜੀਆਂ ਫੜ ਕੇ ਲੈ ਕੇ ਆਓ। ਅਸੀਂ ਤੁਹਾਡੀ ਦਾੜੀ ਨਹੀਂ ਫੜ ਸਕਦੇ, ਤੁਸੀਂ ਉਂਝ ਹੀ ਚੱਲੋ। ਭਾਈ ਫੇਰੂ ਜੀ ਕਹਿੰਦੇ ਨਹੀਂ, ਗੁਰੂ ਦਾ ਹੁਕਮ ਹੈ, ਤੁਸੀਂ ਹੁਕਮ ਮੰਨੋ। ਕਹਿੰਦੇ ਅਸੀਂ ਆਪੇ ਬਖਸ਼ਾ ਲਾਂਗੇ ਮਹਾਰਾਜ ਕੋਲੋਂ। ਸਿੱਖਾਂ ਨੇ ਦਾੜੀ ਨਹੀਂ ਫੜੀ, ਭਾਈ ਫੇਰੂ ਜੀ ਆਪੇ ਆਪਣੀ ਦਾੜੀ ਫੜ ਕੇ ਤੁਰ ਪਏ ਜੀ। ਮਹਾਰਾਜ ਕੋ ਆਏ, ਜਦੋਂ ਆਏ ਦਸਵੇਂ ਪਾਤਸ਼ਾਹ ਕਹਿੰਦੇ ਭਾਈ ਫੇਰੂ ਤੇਰੀ ਸੱਚੀ ਦਾੜੀ, ਭਾਈ ਫੇਰੂ ਤੇਰੀ ਸੇਵਾ ਗਾੜੀ, ਭਾਈ ਫੇਰੂ ਤੇਰੇ ਤੋਂ ਸਤਿਗੁਰੂ ਬਲਿਹਾਰੀ। ਸਿੱਖ ਦਾ ਜੀਵਨ ਉੱਚਾ ਹੋਵੇ। ਆਖੋ ਸ੍ਰੀ ਵਾਹਿਗੁਰੂ। ਸ਼੍ਰੀ ਵਾਹਿਗੁਰੂ। ਭਾਈ ਗੁਰਦਾਸ ਜੀ ਕਹਿੰਦੇ ਤੁਸੀਂ ਮੇਰੀਆਂ ਮੁਸ਼ਕਾਂ ਬੰਨੋ। ਕਾਂਸ਼ੀ 'ਚ ਤਿਆਰ ਹੀ ਕੋਈ ਨਾ ਹੋਇਆ ਜੀ। ਅਖੀਰ ਭਾਈ ਗੁਰਦਾਸ ਜੀ ਦੇ ਬਹੁਤ ਕਹਿਣ ਤੇ ਇੱਕ ਸਿੱਖ ਨੇ ਹਿੰਮਤ ਕੀਤੀ ਜੀ ਬਾਹਾਂ ਬੰਨਣ ਦੀ ਜੀ। ਹਾਂਜੀ, ਚਲ ਵੇ ਤਿਆਰ ਭਇਓ ਸਹਿਸਾਈ। ਤੇ ਭਾਈ ਗੁਰਦਾਸ ਜੀ ਨੂੰ ਕਾਹਲੀ ਆ ਵੀ ਮੈਂ ਛੇਤੀ ਤੁਰਾਂ ਤੇ ਅੰਮ੍ਰਿਤਸਰ ਪਹੁੰਚਾਂ। ਹਾਂਜੀ, ਤਬ ਨ੍ਰਿਪ ਭਨਿਓ ਮੋਹਿ ਲਿਓ ਸਾਥ। ਰਾਜਾ ਕਹਿਣ ਲੱਗਾ ਭਾਈ ਗੁਰਦਾਸ ਜੀ ਮੈਂ ਵੀ ਤੁਹਾਡੇ ਨਾਲ ਜਾਣਾ ਹੈ। ਦਰਸ ਕਰਾਵੋ ਸ਼੍ਰੀ ਗੁਰਨਾਥ। ਮੈਨੂੰ ਵੀ ਗੁਰੂ ਜੀ ਦੇ ਦਰਸ਼ਨ ਕਰਾਓ, ਮੈਂ ਵੀ ਤੁਹਾਡੇ ਨਾਲ ਜਾਣਾ ਹੈ। ਹਾਂਜੀ, ਧੀਰਜ ਦਈ ਤਿਨਹਿ ਗੁਰਦਾਸ। ਭਾਈ ਗੁਰਦਾਸ ਜੀ ਨੇ ਧੀਰਜ ਦਿੱਤਾ ਜੀ। ਹਾਂਜੀ, ਪੁਨ ਆਗਮਨ ਕਰੋ ਗੁਰ ਪਾਸ। ਪੁਨ ਆਗਮਨ ਕਰੋ ਗੁਰ ਪਾਸ। ਫਿਰ ਆਇਓ, ਫਿਰ ਆਇਓ, ਹੁਣ ਨਹੀਂ ਜਾਣਾ ਤੁਸੀਂ, ਮੇਰੇ ਨਾਲ ਨਹੀਂ ਜਾਣਾ। ਇਹ ਵੀ ਇੱਕ ਖੇਡ ਹੁੰਦੀ ਹੈ ਜੀ। ਭਾਈ ਗੁਰਦਾਸ ਜੀ ਨੂੰ ਪਤਾ ਵੀ ਮਹਾਰਾਜ ਨੇ ਮੇਰੀ ਤਾੜ ਨਾ ਕਰਨੀ ਹੈ। ਹੋ ਸਕਦਾ ਜਿਹੜਾ ਨਾਲ ਜਾਵੇ ਉਹਦੀ ਵੀ ਤਾੜ ਨਾ ਹੋਵੇ ਜੀ। ਹਾਂਜੀ, ਮੋਹੇ ਸੰਗ ਨੇ ਬਨੇ ਚਲਨ ਕੋ। ਮੇਰੇ ਨਾਲ ਜਾਣਾ ਤੁਹਾਡਾ ਬਣਦਾ ਨਹੀਂ ਹੈਗਾ। ਹਾਂਜੀ,
तब सब इसके सिख मिलन को। ਭਾਈ ਗੁਰਦਾਸ ਜੀ ਨੂੰ ਸਾਰੇ ਕਾਂਸ਼ੀ ਦੇ ਲੋਕ ਕਹਿਣ ਲੱਗੇ ਭਏ ਹਜ਼ਾਰੋਂ ਮਿਲ ਇੱਕ ਵੀ ਥਾਈ। ਜੇ ਰਾਜੇ ਨੇ ਨਹੀਂ ਜਾਣਾ ਤੇ ਅਸੀਂ ਜਾਵਾਂਗੇ। ਹਜ਼ਾਰਾਂ ਸਿੱਖ ਭਾਈ ਗੁਰਦਾਸ ਜੀ ਦੇ ਨਾਲ ਜਾਣ ਨੂੰ ਤਿਆਰ ਹੋ ਗਏ ਜੀ। ਅਸੀਂ ਵੀ ਜਾਣਾ, ਅਸੀਂ ਵੀ ਜਾਣਾ। ਇੱਥੇ 5 ਜਣਿਆਂ ਨੂੰ ਆਵਾਜ਼ ਮਾਰ ਕੇ ਕੋਈ ਬਿਰਲਾ ਹੀ ਪਹੁੰਚਦਾ ਹੈ ਜੀ, ਕਿਉਂਕਿ ਸਾਡਾ ਜੀਵਨ ਨਹੀਂ ਹੈਗਾ ਜੀ। ਜਿਨ੍ਹਾਂ ਦਾ ਜੀਵਨ ਹੈਗਾ ਉਹਨਾਂ ਨਾਲ ਤੇ ਹਜ਼ਾਰਾਂ ਤੁਰਦੇ ਜੀ। ਬਾਬਾ ਦੀਪ ਸਿੰਘ ਜੀ ਨੇ ਆਵਾਜ਼ ਮਾਰੀ, ਸਿਰ ਦੇਣਾ ਅੰਮ੍ਰਿਤਸਰ ਜਾ ਕੇ। 5000 ਸਿੱਖ ਆ ਗਿਆ ਸੀਗਾ ਨਾਲ ਜੀ। ਹਜ਼ਾਰਾਂ ਸਿੱਖ ਭਾਈ ਗੁਰਦਾਸ ਜੀ ਦੇ ਨਾਲ ਅੰਮ੍ਰਿਤਸਰ ਆਉਣ ਨੂੰ ਤਿਆਰ ਹੋਏ ਜੀ। ਹਾਂਜੀ। ਕਹਿ ਧੀਰਜ ਕੋ ਦੀਨ ਬਨਾਈ। ਹਾਂਜੀ। ਸੰਗ ਚਲਨ ਕੋ ਸੰਗਤ ਭਈ। ਹਾਂਜੀ। ਕਹਿ ਬਹੁ ਬਾਰ ਹਟਾਏ ਸੋ ਦਈ। ਭਾਈ ਗੁਰਦਾਸ ਜੀ ਕਹਿਣ ਮੇਰੇ ਨਾਲ ਨਾ ਜਾਓ, ਮੈਂ ਗੁਰੂ ਦਾ ਚੋਰ ਆ, ਚੋਰ ਨਾਲ ਨਹੀਂ ਜਾਈਦਾ। ਸੰਗਤਾਂ ਕਹਿਣ ਅਸੀਂ ਨਾਲ ਜਾਣਾ। ਭਾਈ ਗੁਰਦਾਸ ਜੀ ਨੇ ਬਹੁਤ ਸਾਰਿਆਂ ਨੂੰ ਰੋਕ ਦਿੱਤਾ। ਤਉ ਸਾਤ ਸੈ ਸਿੱਖ ਪੇ ਸਾਥ। ਫਿਰ ਵੀ 700 ਸਿੱਖ ਤਿਆਰ ਹੋ ਗਿਆ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਭਾਈ ਗੁਰਦਾਸ ਜੀ ਦੇ ਨਾਲ ਆਉਣ ਨੂੰ ਨਾ ਜੀ 700 ਸਿੱਖ ਤਿਆਰ ਹੋਇਆ ਜੀ। ਹਾਂਜੀ। ਬਿਸਮਤ ਭਨੈ ਭਿਖੈ ਗੁਰਨਾਥ। ਸਾਰੇ ਹੈਰਾਨ ਨੇ, ਕਹਿੰਦੇ ਕਮਾਲ ਦੇ ਗੁਰੂ ਜੀ ਦੇ ਚਰਿੱਤਰ ਨੇ। ਹਾਂਜੀ। ਮੁਸ਼ਕਨ ਕੋ ਬੰਦਵਾਈ ਪਿਆਨਾ। ਸੋ ਆਪਣੀਆਂ ਮੁਸ਼ਕਾਂ ਬਣਵਾ ਕੇ ਨਾ ਭਾਈ ਗੁਰਦਾਸ ਜੀ ਤੁਰ ਪਏ। ਇੱਕ ਵਾਰੀ ਹੱਥ ਜੋੜ ਕੇ ਗੱਜ ਕੇ ਕਹਿ ਦਿਓ, ਧੰਨ ਧੰਨ ਭਾਈ ਗੁਰਦਾਸ ਜੀ। ਧੰਨ ਧੰਨ ਭਾਈ ਗੁਰਦਾਸ ਜੀ। ਧੰਨ ਹੀ ਕਵਾਂਗੇ ਜੀ ਆਪਾਂ, ਕੋਈ ਚੋਰੀ ਨਹੀਂ ਕੀਤੀ। ਹਾਂਜੀ। ਪਰ ਗੁਰੂ ਸਾਹਿਬ ਨੇ ਕਿਹਾ, ਮੰਨ ਗਏ, ਨਾ ਕੀਤੀ ਤਾਂ ਵੀ ਮੰਨ ਗਏ ਤੇ ਮੁਸ਼ਕਾਂ ਬਣਵਾ ਕੇ ਜਾ ਰਹੇ ਜੀ। ਹਾਂਜੀ। ਹਟਿਓ ਨਿਰਪਤ ਪੁਨ ਬੰਧਨ ਠਾਨਾ। ਤੇ ਫਿਰ ਰਾਜਾ ਦੂਰ ਤੱਕ ਛੱਡਣ ਗਿਆ, ਫਿਰ ਮੱਥਾ ਟੇਕ ਕੇ ਵਾਪਸ ਮੁੜ ਪਿਆ। ਅਪਰ ਸਬਨ ਬੁਝਿਓ ਸਭ ਰੀਤ। ਹਾਂਜੀ। ਪਿਖ ਕੌਤਕ ਬਿਸਮਾਵਤ ਚੀਤ। ਸਾਰੇ ਹੈਰਾਨ ਹੋਣ ਵੀ ਭਾਈ ਗੁਰਦਾਸ ਜੀ ਦੀ ਤਹੀਂ ਪੂਜਾ ਕਰਦੇ ਆ ਤੇ ਭਾਈ ਗੁਰਦਾਸ ਜੀ ਨੂੰ ਮਹਾਰਾਜ ਨੇ ਚੋਰ ਕਿਹਾ ਤੇ ਭਾਈ ਗੁਰਦਾਸ ਜੀ ਮੰਨ ਵੀ ਗਏ ਆ। ਹਾਂਜੀ। ਪੰਚ ਕੋਸ ਲਗ ਨਿਰਪਜੁਤ ਆਏ। ਕਾਸ਼ੀ ਤੋਂ 5 ਕੋਹ ਤੱਕ ਰਾਜਾ ਛੱਡਣ ਗਿਆ ਜੀ। 5 ਕੋਹ ਤੱਕ ਜੀ। ਹਾਂਜੀ। ਪੁਨ ਬਹੁ ਬਾਰੀ ਕਹਿਓ ਹਟਾਏ। ਰਾਜੇ ਦਾ ਜੀ ਨਹੀਂ ਕਰਦਾ ਵੀ ਮੈਂ ਭਾਈ ਜੀ ਨੂੰ ਛੱਡਾਂ ਜੀ। ਭਾਈ ਸਾਹਿਬ ਨੇ ਕਿਹਾ ਵੀ ਹੁਣ ਜਾ ਵਾਪਸ। ਫੇਰ ਹੋ ਗਿਆ ਜੀ। ਹਾਂਜੀ। ਏਕ ਮੰਜ਼ਲ ਸਭ ਚੱਲ ਕਰ ਆਏ। ਹਾਂਜੀ। ਨਮਰ ਮੇਵਰੋ ਬਾਕ ਅਲਾਏ। ਤੇ ਬਸ ਫਿਰ ਕੀ ਸੀਗਾ ਜੀ, ਰਸਤੇ 'ਚ ਇੱਕ ਰਾਤ ਇੱਕ ਥਾਂ ਤੇ ਰਹੇ ਜੀ। ਹਾਂਜੀ। ਧੰਨ ਧੰਨ ਤੁਮ ਸਿੱਖ ਸਿਰਮੌਰ। ਹਾਂਜੀ। ਨਹਿ ਸਮਾਨ ਦੂਸਰ ਕਿਸ ਠੌਰ। ਉਹ ਜਿਹੜਾ ਅੰਮ੍ਰਿਤਸਰੋਂ ਸਿੱਖ ਆਇਆ ਸੀ ਨਾ, ਮੇਵੜਾ ਅਰਦਾਸੀਆ, ਚਿੱਠੀ ਲੈ ਕੇ ਆਇਆ ਸੀ, ਉਹ ਸਾਹਮਣੇ ਖਲੋ ਗਿਆ ਜੀ। ਭਾਈ ਗੁਰਦਾਸ ਜੀ ਦੇ ਹੱਥ ਪਿੱਛੇ ਬੰਨੇ ਤੁਰੇ ਜਾਂਦੇ। ਕਈ ਬੰਦਿਆਂ ਨੂੰ ਖਲੋਣ ਦੀ ਅਕਲ ਨਹੀਂ ਹੁੰਦੀ ਜੀ, ਮੈਨੂੰ ਮਾਫੀ ਬਖਸ਼ਿਓ। ਥੋੜੇ ਜਿਹੇ ਸਖਤ ਸ਼ਬਦ ਵਰਤਾਂਗੇ ਨਾ ਤੇ ਫਿਰ ਜਾਚ ਆ ਜਾਂਦੀ। ਆਉਂਦੇ ਰਹਿੰਦੇ ਸਾਡੇ ਕੋਲ, ਸਾਨੂੰ ਬੜੇ ਤਰ੍ਹਾਂ ਦੇ ਮਿਲਦੇ, ਐ ਹੱਥ ਦਿੰਦੇ ਜੀ, ਫਲਾਣੀ ਪੰਕਤੀ ਦਾ ਅਰਥ ਦੱਸਿਓ, ਕਹਿੰਦੇ ਆਹ ਤਰੀਕਾ ਹੈਗਾ ਜੀ ਪੰਕਤੀ ਦਾ ਅਰਥ ਪੁੱਛਣ ਦਾ ਜੀ। ਹਾਂਜੀ। ਤੇ ਕਈ ਐਤ ਕਰਕੇ ਗਾਂਹ ਖਲੋ ਜਾਣਗੇ ਜੀ, ਉਹ ਵੀ ਤਰੀਕਾ ਨਹੀਂ ਹੈਗਾ। ਤੇ ਕਈ ਐ ਹੱਥ ਪਿੱਛੇ ਕਰਕੇ ਗੱਲ ਕਰਦੇ ਜੀ ਖਲੋਤੇ, ਖਾਸ ਕਰਕੇ ਅਫਸਰ ਬੰਦੇ ਜੀ। ਅਫਸਰ ਬੰਦੇ ਜੀ ਬੜੀ ਟੌਰ ਸਮਝਦੇ ਜੀ, ਹੱਥ ਪਿੱਛੇ ਕਰਕੇ ਨਾ ਗੱਲ ਕਰਨ ਚ ਜੀ। ਛੋਟਾ ਮੋਟਾ ਅਪਰਾਧ ਕੀਤਾ ਹੋਵੇ ਤੇ ਪੁਲਿਸ ਇੱਕ ਹੱਥ ਘੜੀ ਲਾਉਂਦੀ ਆ ਤੇ ਨਾਲ ਲਈ ਜਾਂਦੀ ਆ। ਵੱਡਾ ਅਪਰਾਧ ਕੀਤਾ ਹੋਵੇ ਨਾ, ਉਹਦੇ ਹੱਥ ਪਿੱਛੇ ਕਰਕੇ ਹੱਥ ਕੜੀ ਲਾ ਕੇ ਬੰਨ ਕੇ ਉਹਨੂੰ ਖੜਦੀ ਜੀ। ਅਜੇ ਤੱਕ ਤਾਂ ਇਹ ਨਹੀਂ ਪਤਾ ਲੱਗਾ ਵੀ ਖਲੋਣਾ ਕਿਵੇਂ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਬੰਦਾ ਹੱਥ ਜੋੜ ਕੇ ਖਲੋਵੇ, ਕਿਸੇ ਨਾਲ ਗੱਲ ਕਰਨੀ, ਪਤਾ ਲੱਗਦਾ। ਭਾਵੇਂ ਕੋਈ ਛੋਟਾ ਤੇ ਭਾਵੇਂ ਵੱਡਾ, ਹੱਥ ਜੋੜ ਕੇ ਗੱਲ ਕਰੇ, ਨਿਮਰਤਾ ਨਾਲ ਗੱਲ ਕਰੇ।
ਆਖੋ ਵਾਹਿਗੁਰੂ। ਉਹ ਸਿੱਖ ਹੱਥ ਜੋੜ ਕੇ ਖਲੋ ਗਿਆ ਜੀ। ਭਾਈ ਗੁਰਦਾਸ ਜੀ ਦੇ ਹੱਥ ਮਗਰ ਹੈ ਜੀ। ਉਹ ਹੱਥ ਜੋੜ ਕੇ ਖਲੋ ਗਿਆ, ਕਹਿੰਦਾ ਭਾਈ ਗੁਰਦਾਸ ਜੀ ਤੁਹਾਡੇ ਵਰਗਾ ਸਿੱਖ ਕੋਈ ਵੀ ਨਹੀਂ ਹੈਗਾ ਦੁਨੀਆ 'ਚ, ਤੁਹਾਡੇ ਵਰਗਾ ਨਹੀਂ ਕੋਈ ਇਸ ਸਮੇਂ ਹੈਗਾ। ਨਹਿ ਸਮਾਨ ਦੂਸਰ ਕਿਸ ਠੌਰ, ਧੰਨ ਧੰਨ ਤੁਮ ਸਿੱਖ ਸਿਰ ਮੌਰ। ਧੰਨ 'ਚ ਤੁਸੀਂ, ਧੰਨ 'ਚ ਤੁਸੀਂ, ਤੁਸੀਂ ਵੀ ਆਖੋ ਧੰਨ ਧੰਨ ਭਾਈ ਗੁਰਦਾਸ ਜੀ। ਹਾਂਜੀ, ਹੁਕਮ ਗੁਰੂ ਕੋ ਸਗਰੋ ਮਾਨਾ। ਤੁਸੀਂ ਸਾਰਾ ਹੁਕਮ ਮਹਾਰਾਜ ਦਾ ਮੰਨ ਲਿਆ, ਜਿਵੇਂ ਕਿਹਾ ਉਵੇਂ ਹੀ ਮੰਨ ਲਿਆ। ਹਾਂਜੀ, ਸਭ ਵਿਦ ਵਡਿਆਈ ਨਿਜ ਹਾਨਾ। ਹਰ ਤਰ੍ਹਾਂ ਨਾਲ ਆਪਣੀ ਵਡਿਆਈ ਛੱਡ ਦਿੱਤੀ। ਮਾਣ ਪ੍ਰਤਿਸ਼ਠਾ ਵਾਲਾ ਬੰਦਾ ਹੋਵੇ ਨਾ ਜੀ, ਉਹ ਨਹੀਂ ਵਡਿਆਈ ਛੱਡ ਸਕਦਾ ਜੀ। ਹੈ ਤੁਹਾਨੂੰ ਲੋਕ ਆਦਰ ਦੇਂਦੇ ਪੂਜਦੇ, ਤੁਸੀਂ ਮੰਨ ਲਿਆ ਵੀ ਮੈਂ ਚੋਰ ਹਾਂ, ਹੱਥ ਵੀ ਪਿੱਛੇ ਬਣਵਾ ਲਏ, ਆਪਣੀ ਵਡਿਆਈ ਛੱਡ ਦਿੱਤੀ। ਕਾਸ਼ੀ ਵਰਗੇ ਦੇਸ਼ ਤੋਂ ਇੰਜ ਤੁਰੇ ਜਿੱਥੇ ਤੁਹਾਡਾ ਚਰਨ ਹੁੰਦਾ ਉੱਥੇ ਲੋਕਾਂ ਦੇ ਸਿਰ ਹੁੰਦੇ ਆ, ਪਰ ਤੁਸੀਂ ਇੰਨੀ ਨਿਮਰਤਾ ਧਾਰਨ ਕਰ ਲਈ। ਹਾਂਜੀ, ਸਭ ਮਗ ਮੈਂ ਨਹਿ ਇਮ ਪੁਜ ਆਵੇ। ਹੁਣ ਸਾਰੇ ਰਾਤ ਇੰਜ ਤੁਰਿਆ ਨਹੀਂ ਜਾਣਾ, ਹੱਥ ਬੰਨ ਕੇ। ਹਾਂਜੀ, ਪੂਜਾ ਖੁਲਾਏ ਚਲਿਓ ਤਬ ਜਾਵੇ। ਮੇਰੀ ਇੱਛਾ ਵੀ ਤੁਹਾਡੀਆਂ ਬਾਹਾਂ ਖੋਲ ਦਿਆਂ, ਇੰਜ ਹੀ ਤੋਰੀਏ ਤੁਹਾਨੂੰ। ਹਾਂਜੀ, ਜਿਸ ਦਿਨ ਚਲੋ ਸੁਦਾਸਰ ਥਾਏ। ਤੇ ਜਿਸ ਦਿਨ ਅੰਮ੍ਰਿਤਸਰ ਪਹੁੰਚ ਜਾਓਗੇ, ਇਸ ਪ੍ਰਕਾਰ ਕੀ ਲਿਓ ਬੰਦਵਾਏ। ਉਦੋਂ ਫਿਰ ਤੁਹਾਡੀਆਂ ਬੰਨ ਦਿਆਂਗੇ, ਪਰ ਮੇਰਾ ਜੀ ਕਰਦਾ ਵੀ ਹੁਣ ਖੋਲ ਦਿਆਂ। ਹਾਂਜੀ, ਇਮ ਕਹਿ ਚਰਨ ਪਕੜ ਕਰ ਰਹਿਓ। ਭਾਈ ਗੁਰਦਾਸ ਜੀ ਨੇ ਨਾਂ 'ਚ ਸਿਰ ਮਾਰਿਆ ਵੀ ਨਹੀਂ, ਇਹ ਕੰਮ ਨਹੀਂ ਕਰਨਾ। ਅੰਮ੍ਰਿਤਸਰੋਂ ਗਿਆ ਸਿੱਖ, 700 ਬੰਦਾ ਨਾਲ ਭਾਈ ਗੁਰਦਾਸ ਜੀ ਦੇ, ਉਹਨੇ ਭਾਈ ਗੁਰਦਾਸ ਜੀ ਦੇ ਚਰਨ ਫੜ ਲਏ ਜੀ। ਹਾਂਜੀ, ਤਬ ਗੁਰਦਾਸ ਸਬਨ ਮਹਿ ਕਹਿਓ। ਨਹੀਂ, ਕਹਿੰਦਾ ਮੈਨੂੰ ਹੁਕਮ ਕਰੋ ਮੈਂ ਖੋਲਾਂ। ਉਹਨੇ ਜਦੋਂ ਬੇਨਤੀ ਕੀਤੀ ਨਾ, ਫਿਰ ਭਾਈ ਗੁਰਦਾਸ ਜੀ ਨੇ ਕਿਹਾ ਚੋਰ ਉਚਿਤ ਚਹੀਅਤ ਇਮ ਕਰੀ। ਕਹਿੰਦੇ ਨਹੀਂ, ਚੋਰਾਂ ਨੂੰ ਇੰਝ ਹੀ ਲੈ ਕੇ ਜਾਈਦਾ। ਆਖੋ ਵਾਹਿਗੁਰੂ। ਚੋਰੀ ਤੇ ਕੀਤੀ ਕੋਈ ਨਹੀਂ ਜੀ, ਬਸ ਗੁਰੂ ਜੀ ਨੇ ਵੈਸੇ ਹੀ ਕਿਹਾ ਵੀ ਚੋਰ ਹੈ। ਹਾਂਜੀ, ਜੇ ਤੁਮ ਅਬ ਔਰੇ ਮਤ ਧਰੀ। ਹਾਂਜੀ, ਗੁਰੂ ਨਿਕਟ ਤੇ ਚੱਲ ਕਰ ਆਇਓ। ਪਰ ਸਿੱਖਾ ਤੂੰ ਵੀ ਗੁਰੂ ਸਾਹਿਬ ਕੋਲੋਂ ਚੱਲ ਕੇ ਆਇਆ। ਜੇ ਤੇਰੀ ਮਤ ਹੈ ਚਾਹੋ ਸੋ ਕਰੋ ਦੇਹੋ ਖੁਲਵਾਇਓ। ਤੇ ਤੂੰ ਖੋਲ ਦੇ, ਪਰ ਨਾਮ ਤੇਰਾ ਹੀ ਲੱਗਣਾ ਹੀ। ਕਹਿੰਦੇ ਮੇਰੇ ਵੱਲੋਂ ਬੰਨ ਲਾ, ਮੇਰੀਆਂ ਬੰਨੀਆਂ ਹੀ ਨੇ, ਪਰ ਜੇ ਤੂੰ ਕਹਿਣਾ ਤੇ ਖੋਲ ਲਾ, ਪਰ ਤੂੰ ਕਿਉਂਕਿ ਗੁਰੂ ਕੋਲੋਂ ਆਇਆ। ਹਾਂਜੀ, ਸਭ ਮਾਰਗ ਕੋ ਉਲੰਘਤ ਆਏ। ਉਹਨੇ ਫਿਰ ਖੋਲ ਤੇ ਹੱਥ, ਭਾਈ ਗੁਰਦਾਸ ਸਾਹਿਬ ਜੀ ਉਵੇਂ ਹੀ ਆਏ ਜੀ। ਸਾਰਾ ਰਸਤਾ ਹੱਥ ਖੁੱਲੇ ਰਹੇ। ਜਬੈ ਸੁਦਾਸਰ ਕੇ ਨਿਉਰਾਏ। ਤੇ ਜਦੋਂ ਅੰਮ੍ਰਿਤਸਰ ਦੇ ਨੇੜੇ ਆ ਗਏ ਨਾ ਜੀ, ਹਾਂਜੀ, ਤਿਮ ਹੀ ਭੁਜ ਮੁਸ਼ਕਾਂ ਬੰਦਵਾਈ। ਫਿਰ ਉਸੇ ਤਰ੍ਹਾਂ ਬਾਹਾਂ ਬਣਵਾ ਲਈਆਂ ਜੀ, ਪਿੱਛੇ ਨੂੰ ਕਰਕੇ। ਆਗੇ ਭਇਓ ਪਾਛ ਸਮੁਦਾਈ। ਅੱਗੇ ਅੱਗੇ ਤੁਰ ਪਏ, ਪਿੱਛੇ ਪਿੱਛੇ 700 ਸਰੀਰ ਆ ਰਿਹਾ ਜੀ। ਹਾਂਜੀ, ਸਤਿਗੁਰ ਤਖਤ ਅਕਾਲ ਸੁਹਾਏ। ਵਾਹ ਵਾਹ। ਕਈ ਕਹਿੰਦੇ ਜੀ ਅਕਾਲ ਤਖਤ ਨੂੰ ਬੂੰਗਾ ਹੀ ਕਹਿੰਦੇ ਸੀ, ਤਖਤ ਨਹੀਂ ਸੀ ਕਹਿੰਦੇ, ਪਰ ਤਖਤ ਸ਼ਬਦ ਆ ਗਿਆ ਨਾ ਜੀ। ਗੁਰੂ ਸਾਹਿਬ ਅਕਾਲ ਤਖਤ ਸਾਹਿਬ ਬੈਠੇ ਸੀ ਉਸ ਸਮੇਂ। ਹਾਂਜੀ, ਸਿਰ ਪਰ ਚਮਰ ਟੁਰੈ ਸ਼ਬ ਪਾਏ। ਚੌਰ ਸਾਹਿਬ ਮਹਾਰਾਜ ਜੀ ਦੇ ਸੀਸ ਉੱਤੇ ਹੋ ਰਿਹਾ ਜੀ। ਬੜੇ ਅੰਮ੍ਰਿਤਸਰ ਦੇ ਸਿੱਖ ਬੈਠੇ ਆ ਜੀ। ਹਾਂਜੀ, ਸਿੱਖ ਸੁਪਟ ਚੌ ਦਿਸ਼ ਪਰਵਾਰੇ। ਸਿੱਖ ਵੀ ਬੈਠੇ ਆ, ਸੂਰਮੇ ਵੀ ਬੈਠੇ ਆ ਜੀ, ਸਿਪਾਹੀ ਵੀ ਬੈਠੇ ਆ, ਬਾਬਾ ਬਿਧੀ ਚੰਦ ਜੀ ਵੀ ਬੈਠੇ। ਹੁਣ ਨਾਲ ਦਿਆਂ ਦੇ ਸਾਹਮਣੇ ਬੇਇੱਜ਼ਤੀ ਕਰਾਉਣਾ ਬੜਾ ਔਖਾ ਕੰਮ ਹੈ ਜੀ। ਸਾਰੇ ਬੈਠੇ ਆ ਜੀ, ਗੁਰੂ ਜੀ ਦਾ ਪਰਿਵਾਰ ਬੈਠਾ ਹੈ ਜੀ। ਹਾਂਜੀ, ਬਸਤਰ ਸ਼ਸਤਰ ਸੁੰਦਰ ਤਨ ਧਾਰੇ। ਬੜੇ ਸੋਹਣੇ ਸ਼ਸਤਰ ਬਸਤਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਜਾਏ ਹੋਏ ਆ। ਨਿਜ ਸੰਗਤ ਕੇ ਜੁਤ ਸਮੁਦਾਈ। ਹਾਂਜੀ, ਪਹੁੰਚਤ ਭਏ ਪ੍ਰਭੂ ਅਗਵਾਈ। ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਵਾਲੇ ਪਾਸਿਓਂ ਭਾਈ ਗੁਰਦਾਸ ਜੀ ਆਏ। 700 ਸਿੱਖਾਂ ਦਾ ਨਾਲ ਜੱਥਾ
ਸਭ ਤੋਂ ਅੱਗੇ ਆਪ ਹੈ ਤੇ ਹੱਥ ਪਿੱਛੇ ਬੰਨੇ ਹੋਏ ਆ ਜੀ। ਹਾਂਜੀ ਹਾਥ ਜੋਰ ਤਰਨੀ ਪਰ ਪਰੇ, ਹਾਂਜੀ ਭਾਉ ਸੰਬੇਤ ਦੰਡਵਤ ਕਰੇ। ਅਕਾਲ ਤਖਤ ਸਾਹਿਬ ਉੱਚਾ ਜੀ, ਜਿੱਥੇ ਵਿਹੜਾ ਨਾ ਜੀ ਉੱਥੇ ਹੱਥ ਪਿੱਛੇ ਹੀ ਨੇ ਤੇ ਭਾਈ ਗੁਰਦਾਸ ਦੀ ਧਰਤੀ ਦੇ ਉੱਤੇ ਮੁੱਦੇ ਲੰਮੇ ਪੈ ਗਏ ਜੀ। ਇਹਨੂੰ ਕਹਿੰਦੇ ਡੰਡੌਤ ਕਰਨਾ। ਡੰਡੌਤ ਕੌਣ? ਡੰਡੌਤ ਦਾ ਅਰਥ ਹੁੰਦਾ ਡੰਡੇ ਦੀ ਤਰ੍ਹਾਂ ਸਿੱਧੇ ਹੋ ਕੇ ਮੱਥਾ ਟੇਕਣਾ ਜੀ। ਡੰਡੇ ਦੀ ਤਰ੍ਹਾਂ ਅੱਗੇ ਲੰਮੇ ਪੈ ਗਏ। ਹਾਂਜੀ ਕਰੋ ਭਇਓ ਸਨਮੁਖ ਹੋਏ ਗੁਰ ਕੇ, ਫਿਰ ਮੱਥਾ ਟੇਕ ਕੇ ਖਲੋ ਗਏ ਜੀ ਸਾਹਮਣੇ। ਹਾਂਜੀ ਪਿਖਤ ਮਨੋਰਥ ਪੂਰਨ ਉਰ ਕੇ। ਵਾਹ ਵਾਹ ਵਾਹ, ਵੇਖਣ ਦੇ ਵੀ ਅੱਜ ਇੱਛਾ ਪੂਰੀ ਹੋਈ, ਗੁਰੂ ਜੀ ਦੇ ਦਰਸ਼ਨ ਤੇ ਹੋਏ ਆ ਨਾ। ਹਾਂਜੀ ਸ਼੍ਰੀ ਹਰਗੋਬਿੰਦ ਹਿਰਦੇ ਪ੍ਰਮੋਦ। ਹੁਣ ਮਹਾਰਾਜ ਵੀ ਬੜੇ ਖੁਸ਼ ਨੇ ਵੀ ਭਾਈ ਗੁਰਦਾਸ ਜੀ ਪਾਸ ਹੋ ਗਏ। ਖੁਸ਼ ਨੇ ਮਹਾਰਾਜ। ਹਾਂਜੀ ਗੁਰ ਅਰ ਸਿੱਖਨ ਹੋਤ ਬਿਨੋਦ। ਵੀ ਗੁਰੂ ਤੇ ਸਿੱਖਾਂ ਵਾਸਤੇ ਬੜੇ ਵੱਡੇ ਆਨੰਦ ਵਾਲੀ ਗੱਲ ਸੀਗੀ। ਅੰਮ੍ਰਿਤਸਰ ਦੇ ਸਿੱਖ ਵੀ ਬੜੇ ਖੁਸ਼ ਨੇ। ਹਾਂਜੀ ਚਿਤ ਪ੍ਰਸੰਨ ਬਾਹਰ ਰਿਸ ਧਰੈ। ਪਰ ਵੇਖ ਲੋ ਅੰਦਰੋਂ ਖੁਸ਼ੀ ਨੇ, ਬਾਹਰੋਂ ਗੁੱਸੇ ਨਾਲ ਬੋਲ ਰਹੇ ਮਹਾਰਾਜ। ਚਿੱਤ ਪ੍ਰਸੰਨ ਬਾਹਰ ਰਿਸ ਧਰੈ। ਕਹੈ ਕਠੋਰ ਤਾੜ ਨਾ ਕਰੈ। ਕਠੋਰ ਬਚਨ ਕਹਿੰਦੇ ਤਾੜ ਨਾ ਕਰਦੇ ਹਨ। ਕਰੇ ਖਰੀਦਨ ਭਲੇ ਤੁਰੰਗ। ਚੰਗੇ ਘੋੜੇ ਖਰੀਦੇ ਮਹਾਰਾਜ ਕਹਿੰਦੇ। ਹਾਂਜੀ ਤੁਰਤ ਪਹੁੰਚਿਓ ਲੈ ਕਰ ਸੰਗ। ਸਿੱਖ ਤੇ ਨਾਲ ਉਸੇ ਵੇਲੇ ਲੈ ਕੇ ਤੁਰ ਪਏ ਸੀਗੇ। ਹਾਂਜੀ ਬੇਸਰ ਲਾਦ ਦਰਬ ਲੈ ਗਇਓ। ਮਾਇਆ ਵੀ ਲੈ ਕੇ ਚਲੇ ਗਏ ਇੱਥੋਂ। ਹਾਂਜੀ ਤਜ ਸੁਨੋ ਸਭ ਭਾਜਤ ਭਇਓ। ਤੇ ਮਾਇਆ ਖਾਲੀ ਛੱਡ ਕੇ ਕਿੱਥੇ ਭੱਜ ਗਏ ਸੀਗੇ? ਤਾੜਨਾ ਚ ਗੱਲ ਕੀਤੀ ਮਹਾਰਾਜ ਨੇ। ਹਾਂਜੀ ਗੁਰ ਘਰ ਕੋ ਨੁਕਸਾਨ ਨਾ ਜਾਣਾ। ਇਹ ਨਹੀਂ ਜਾਣਿਆ ਵੀ ਨੁਕਸਾਨ ਹੋਏਗਾ ਗੁਰੂ ਘਰ ਦਾ। ਹਾਂਜੀ ਬਾਸ ਵਿਦੇਸ਼ ਜਾਏ ਕਰ ਠਾਨਾ। ਤੇ ਚੁੱਪ ਕਰਕੇ ਵਿਦੇਸ਼ 'ਚ ਜਾ ਕੇ ਰਹਿਣ ਲੱਗ ਪਏ। ਹਾਂਜੀ ਤੁਹੀ ਸਿੱਖ ਸਿਦਕੀ ਵੱਡ ਜੋਵਾ। ਹਾਂਜੀ ਪਰਿਓ ਕਾਜ ਗੁਰ ਕੋ ਆਸ ਹੋਵਾ। ਮਹਾਰਾਜ ਕਹਿੰਦੇ ਅਸੀਂ ਤੇ ਤੁਹਾਨੂੰ ਸਮਝਦੇ ਸਾਂ ਵੀ ਤੁਸੀਂ ਬੜੇ ਵੱਡੇ ਸਿੱਦਕੀ ਸਿੱਖ ਹੋ, ਪਰ ਤੁਸੀਂ ਤੇ ਆਹ ਕੰਮ ਕੀਤਾ। ਹਾਂਜੀ ਕਿਉਂ ਅਬ ਉਤਰ ਦੇਤ ਨਾ ਕੋਈ। ਤੇ ਭਾਈ ਗੁਰਦਾਸ ਜੀ ਚੁੱਪ ਤੇ ਚਿਹਰਾ ਨੀਵਾ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਮਹਾਰਾਜ ਕਹਿੰਦੇ ਹੁਣ ਉੱਤਰ ਨਹੀਂ ਦੇ ਰਹੇ, ਜਵਾਬ ਨਹੀਂ ਦੇ ਰਹੇ। ਮਹਾਰਾਜ ਅਕਾਲ ਤਖਤ ਸਾਹਿਬ ਉੱਪਰ ਨੇ ਜੀ, ਭਾਈ ਗੁਰਦਾਸ ਜੀ ਥੱਲੇ ਖਲੋਤੇ ਆ ਜੀ। ਹਾਂਜੀ ਇਮ ਚੱਲ ਗਇਓ ਕਹਾਂ ਗਤ ਹੋਈ। ਕਿੱਥੇ ਚਲੇ ਗਏ ਸੀ? ਕਿਉਂ ਗਏ? ਕੀ ਹੋਇਆ? ਇਸ ਤਰ੍ਹਾਂ ਉੱਚੀ ਆਵਾਜ਼ ਵਿੱਚ ਸਤਿਗੁਰੂ ਜੀ ਨੇ ਪੁੱਛਿਆ। ਸੁਨ ਭਾਈ ਗੁਰਦਾਸ ਵਿਚਾਰੇ। ਤੇ ਸੁਣ ਕੇ ਭਾਈ ਗੁਰਦਾਸ ਜੀ ਨੇ ਵਿਚਾਰਿਆ, ਹੁਣ ਮੈਂ ਕੀ ਕਵਾਂ? ਆਖੋ ਵਾਹਿਗੁਰੂ ਵਾਹਿਗੁਰੂ। ਕੀ ਕਵਾਂ? ਸੰਗਤ ਜੀ ਬੜੀ ਮੰਨੀ ਪਰਮੰਨੀ ਹਸਤੀ ਨੂੰ ਇੰਜ ਬੋਲਿਆ ਜਾ ਰਿਹਾ ਜੀ। ਔਖਾ ਹੈਗਾ ਜੀ, ਆਪਣੀ ਵਡਿਆਈ ਨੂੰ ਛੱਡਣਾ ਬੜਾ ਔਖਾ ਹੈਗਾ ਜੀ। ਉਹ ਬੰਦਾ ਨੀਵਾਂ ਹੈਗਾ ਜਿਹਦੀ ਇੱਜ਼ਤ ਕੋਈ ਨਹੀਂ ਹੈਗੀ, ਉਹਦੀ ਨਿਮਰਤਾ ਬਹੁਤੀ ਵੱਡੀ ਨਹੀਂ ਹੈਗੀ। ਜਿਹਦੀ ਇੱਜ਼ਤ ਹੈਗੀ ਹੈ ਫਿਰ ਵੀ ਉਹ ਨੀਵਾਂ, ਉਹ ਵੱਡੀ ਗੱਲ ਹੈ ਜੀ। ਤਾਣ ਹੁੰਦਾ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ। ਭਾਈ ਗੁਰਦਾਸ ਜੀ ਨੇ ਆਪਣੇ ਮਨ 'ਚ ਵਿਚਾਰ ਕੀਤੀ। ਦੋਏ ਸਵਈਏ ਤਬੇ ਉਚਾਰੇ। ਦੋ ਸਵਈਏ ਉਚਾਰਨ ਕੀਤੇ, ਬੋਲ ਕੇ ਦੱਸੇ ਮਹਾਰਾਜ ਨੂੰ। ਹਾਂਜੀ ਬੂੰਦ ਔ ਰੇਤ ਗੁਮਾਨ ਕਰੇ ਮਨ, ਸ਼ੋਭਨਾ ਸਿੰਧ ਰਵੀ ਸੁਮੁਹਾਵੇ। ਕਹਿਣ ਲੱਗੇ ਬੂੰਦ ਔ ਰੇਤ ਗੁਮਾਨ ਕਰੈ ਮਨ, ਸ਼ੋਭਨਾ ਸਿੰਧ ਰਵੀ ਸਮੁਹਾਵੇ। ਇਹਦਾ ਅਰਥ ਸੱਚੇ ਪਾਤਸ਼ਾਹ, ਬੂੰਦ ਆਪਣੇ ਮਨ 'ਚ ਮਾਣ ਕਰੇ ਮੈਂ ਬੜੀ ਵੱਡੀ ਹਾਂ, ਤੇ ਸਮੁੰਦਰ ਦੇ ਸਾਹਮਣੇ ਉਹ ਕੁਝ ਵੀ ਨਹੀਂ ਹੈਗੀ। ਤੇ ਰੇਤ ਮਾਣ ਕਰੇ ਕਿ ਮੈਂ ਬਹੁਤ ਵੱਡੀ ਹਾਂ, ਰੇਤ ਦਾ ਕਿਣਕਾ ਮਾਣ ਕਰੇ, ਤੇ ਸੂਰਜ ਦੇ ਸਾਹਮਣੇ ਉਹ ਵੀ ਕੁਛ ਨਹੀਂ ਹੈਗੀ ਜੀ। ਹਾਂਜੀ ਪੰਖ ਓ ਤੁਮ ਉਡੈ ਨਭ ਕੋ ਪਿਖ, ਤਾਹੇ ਅਗਾਧ ਹਿਰਦੈ ਸੁਖ ਚਾਵੇ। ਮਹਾਰਾਜ ਜੇ ਪੰਛੀ ਉੱਡੇ
ਆਖੇ ਮੈਂ ਅਸਮਾਨ ਮਾਪ ਲੈਣਾ ਨਹੀਂ, ਜਿਉਂ-ਜਿਉਂ ਉੱਤੇ ਉੱਡਦਾ ਤਿਉਂ-ਤਿਉਂ ਸੁੰਗੜੀ ਜਾਂਦਾ ਜੀ। ਧੂਆਂ ਵੀ ਇਸੇ ਤਰ੍ਹਾਂ ਹੈ। ਹਾਂਜੀ। ਗੂਲਰ ਜੰਤ ਉਡੰਤ ਕਹੋ ਕਿਮ। ਗੂਲਰ ਦੇ ਫਲ ਵਿੱਚ ਜਿਹੜਾ ਜੀਵ ਹੁੰਦਾ ਹੈ ਉਹ ਜੇ ਕਵੇ ਏਕ ਬ੍ਰਹਮੰਡ ਪ੍ਰਚੰਡ ਲਜਾਵੇ, ਕਿ ਮੈਂ ਸਾਰਾ ਬ੍ਰਹਮੰਡ ਹੀ ਵੇਖ ਲੈਣਾ, ਤੇ ਨਿੱਕੇ ਜਿਹੇ ਗੁੱਲਰ ਤੇ ਨਿੱਕਾ ਜਿਹਾ ਜੀਵ ਸਾਰਾ ਬ੍ਰਹਮੰਡ ਥੋੜੀ ਵੇਖ ਸਕਦਾ ਹੈ। ਹਾਂਜੀ। ਤੂੰ ਕਰਤਾ ਹਮ ਜੰਤ ਕੀਏ ਤੁਮ, ਤੇ ਤੂੰ ਕਰਤਾ ਹਮ ਜੰਤ ਕੀਏ ਤੁਮ। ਹੇ ਗੁਰੂ ਹਰਗੋਬਿੰਦ ਸਾਹਿਬ, ਤੁਸੀਂ ਸਾਡੇ ਮਾਲਕ ਹੋ, ਸਾਡੇ ਕਰਤਾ ਹੋ। ਤੋ ਪੈ ਬੋਲਣ ਕਿਉਂ ਬਨ ਆਵੇ। ਤੇ ਹੁਣ ਦੱਸੋ ਮੈਂ ਤੁਹਾਡੇ ਸਾਹਮਣੇ ਕੀ ਬੋਲਾਂ? ਕਦੇ ਬੂੰਦ ਵੀ ਸਮੁੰਦਰ ਅੱਗੇ ਬੋਲ ਸਕਦੀ ਹੈ। ਮੈਂ ਕੀ ਤੁਹਾਡੇ ਸਾਹਮਣੇ ਬੋਲ ਸਕਦਾ? ਇਹ ਗੱਲ ਕਹੀ, ਭਾਈ ਗੁਰਦਾਸ ਜੀ ਦੇ ਨੇਤਰਾਂ 'ਚ ਜਲ ਆ ਗਿਆ। ਹਾਂਜੀ। ਭਿਖਾਰੀ ਅਨਾਥ ਨਹੀਂ ਹਮਾਰੇ ਸਾਮ। ਤੇ ਫਿਰ ਅਗਲਾ ਸਵਈਆ ਕਿਹਾ, ਭਿਖਾਰੀ ਅਨਾਥ ਨਹੀਂ ਹਮਾਰੇ ਸਮ। ਮੇਰੇ ਵਰਗਾ ਭਿਖਾਰੀ ਇਸ ਦੁਨੀਆ ਤੇ ਹੋਰ ਕੋਈ ਨਹੀਂ ਹੈਗਾ, ਅਨਾਥ ਹੋਰ ਕੋਈ ਨਹੀਂ ਹੈਗਾ ਮੇਰੇ ਵਰਗਾ। ਤੋ ਸਮਨਾਥ ਨਾ ਔਰ ਦਤਾਈ। ਹੇ ਦਾਤਾਰ ਸਤਿਗੁਰੂ, ਤੁਹਾਡੇ ਵਰਗਾ ਮਾਲਕ ਵੀ ਕੋਈ ਨਹੀਂ ਹੈਗਾ। ਹਾਂਜੀ। ਦੀਨ ਅਗਿਆਨ ਕਹੀ ਨਹਿ ਮੂਸਰ। ਮੇਰੇ ਵਰਗਾ ਅਗਿਆਨੀ ਕੋਈ ਨਹੀਂ ਹੈਗਾ, ਦੀਨ ਕੋਈ ਨਹੀਂ ਹੈਗਾ। ਤੋ ਸਰ ਦਿਆਲ ਨਾ ਆਨ ਵਿਚਾਰੀ। ਹੇ ਗੁਰੂ ਹਰਗੋਬਿੰਦ ਸਾਹਿਬ, ਤੁਹਾਡੇ ਵਰਗਾ ਦਿਆਲੂ ਕੋਈ ਨਹੀਂ ਹੈਗਾ। ਮੌਸਮ ਪਾਪ ਬੇਕਾਰ ਨਹੀਂ ਜਾ। ਮੇਰੇ ਵਰਗਾ ਪਾਪੀ ਕੋਈ ਨਹੀਂ, ਮੇਰੇ ਵਰਗਾ ਵਿਕਾਰੀ ਕੋਈ ਨਹੀਂ। ਤੋ ਮਮ ਪਾਵਨ ਓ ਉਪਕਾਰੀ। ਤੁਹਾਡੇ ਵਰਗਾ ਪਾਵਨ ਕੋਈ ਨਹੀਂ ਹੈਗਾ, ਤੁਹਾਡੇ ਵਰਗਾ ਉਪਕਾਰੀ ਕੋਈ ਨਹੀਂ ਹੈਗਾ। ਔਗਣ ਸਿੰਧ ਹੋ ਤੂੰ ਗੁਣ ਸਾਗਰ। ਸੱਚੇ ਪਾਤਸ਼ਾਹ, ਮੈਂ ਔਗੁਣਾਂ ਦਾ ਸਮੁੰਦਰ ਹਾਂ ਤੇ ਤੁਸੀਂ ਗੁਣਾਂ ਦੇ ਸਮੁੰਦਰ ਹੋ। ਬਸ ਇਹ ਇੱਕ ਸਿਆਣਪ ਹੈ। ਗਲਤੀ ਹੋਵੇ ਗੁਰੂ ਦੀ ਸਿਫਤ 'ਚ ਲੱਗ ਜਾਓ, ਆਪਣੀਆਂ ਗਲਤੀਆਂ ਨੂੰ ਸਾਫ਼ ਨਾ ਕਰੋ ਵੀ ਨਹੀਂ ਅਸੀਂ ਤੇ ਸਹੀ ਹੈਗੇ ਆ ਜੀ। ਹਾਂਜੀ। ਜਾਤ ਅਦੋ ਪ੍ਰਭ ਓਟ ਤੁਮਾਰੀ। ਸੱਚੇ ਪਾਤਸ਼ਾਹ, ਮੈਂ ਬੇਆਸਰਾ, ਜੇ ਮੈਨੂੰ ਕੁਝ ਚਾਹੀਦਾ ਤੇ ਤੁਹਾਡੀ ਮਿਹਰ ਚਾਹੀਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਮਿਹਰ ਚਾਹੀਦੀ ਹੈ, ਮੈਨੂੰ ਕੁਝ ਹੋਰ ਨਹੀਂ ਚਾਹੀਦਾ। ਬਸ ਇਹੋ ਗੱਲ ਸਿੱਖਾਂ ਨੇ ਕਹੀ ਸੀ, ਸਿੱਖ ਤਾਂ ਹੀ ਸਬੂਤਾ ਰਹਿ ਸਕਦਾ ਜੇ ਗੁਰੂ ਮਿਹਰ ਕਰੇ। ਆਪ ਜਿੰਨਾ ਮਰਜ਼ੀ ਵੱਡਾ ਹੋਵੇ ਗੱਲ ਨਹੀਂ ਬਣਦੀ, ਗੁਰੂ ਦੀ ਮਿਹਰ ਚਾਹੀਦੀ ਹੈ। ਹਾਂਜੀ। ਚੌਪਈ ਇਮ ਕਹਿ ਆਗੇ ਹੋਏ ਲਲਚਾਇਓ। ਹਾਂਜੀ। ਪਹੁੰਚਿਓ ਨਿਕਟ ਚਰਨ ਲਪਟਾਇਓ। ਇਹ ਕਹਿ ਕੇ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਹੋਰ ਲਾਚਾਰ ਹੋ ਗਏ। ਉੱਪਰ ਮਹਾਰਾਜ ਕਹਿੰਦੇ ਇਹਨੂੰ ਤਖਤ ਸਾਹਿਬ ਦੇ ਉੱਤੇ ਲੈ ਆਓ। ਭਾਈ ਗੁਰਦਾਸ ਜੀ ਤਖਤ ਸਾਹਿਬ ਦੇ ਉੱਤੇ ਗਏ, ਮਹਾਰਾਜ ਦੇ ਚਰਨਾਂ ਤੇ ਲਿਪਟ ਗਏ। ਸਾਰਾ ਪਰਿਵਾਰ ਬੈਠਾ ਮਹਾਰਾਜ ਦਾ, ਸਿੱਖ ਬੈਠੇ, ਸਿਪਾਹੀ ਬੈਠੇ। ਹਾਂਜੀ। ਨਿਰਹੰਕਾਰ ਬੇਕਾਰ ਬਹੀਨਾ। ਮਹਾਰਾਜ ਨੇ ਵੇਖਿਆ ਵੀ ਹੁਣ ਗੁਰੂ ਦੀ ਮਿਹਰ ਉੱਤੇ ਆਸਰਾ ਹੋ ਗਿਆ, ਹੁਣ ਅੰਦਰੋਂ ਨਿਕਲ ਗਿਆ ਜਿਹੜਾ ਕਿਣਕਾ ਸੀ ਹਉਮੈ ਦਾ। ਹਾਂਜੀ। ਸ਼ੁੱਧ ਭਇਓ ਸ਼੍ਰੀ ਸਤਿਗੁਰ ਚੀਨਾ। ਮਹਾਰਾਜ ਨੇ ਵੇਖਿਆ ਸ਼ੁੱਧ ਹੈ। ਹੁਣ ਭਾਈ ਗੁਰਦਾਸ ਜੀ ਕੀ ਹਨ? ਗੱਜ ਕੇ ਆਖਿਆ ਕਰੋ। ਆ ਮੇਰਾ ਨਾ ਅੱਜ ਗਲਾ ਖਰਾਬ ਹੋਇਆ ਤੇ ਫਿਰ ਵੀ ਮੈਂ ਗੱਜ ਗੱਜ ਕੇ ਬੋਲਣ ਡਿਆ। ਕੀ ਹੋ ਗਏ ਭਾਈ ਗੁਰਦਾਸ ਜੀ? ਸ਼ੁੱਧ ਹੋ ਗਏ ਆ। ਹਾਂਜੀ। ਮੁਖ ਤੇ ਬਿਕਸ ਪਰੇ ਫੁਰਮਾਇਓ। ਉਰੋਂ ਤੇ ਮਹਾਰਾਜ ਨੇ ਵੈਸੇ ਹੀ ਮੁਖ ਤੇ ਚਿਹਰੇ ਤੇ ਗੁੱਸਾ ਰੱਖਿਆ ਸੀ, ਅੰਦਰੋਂ ਮਹਾਰਾਜ ਬੜੇ ਖੁਸ਼ ਸੀਗੇ ਜੀ। ਪਿਆਰਿਓ, ਕਿਸੇ ਉਸਤਾਦ ਦਾ ਬੱਚਾ ਪੜ੍ਹ ਕੇ ਪਾਸ ਹੋਵੇ, ਉਸਤਾਦ ਨੂੰ ਜ਼ਿਆਦਾ ਖੁਸ਼ੀ ਹੁੰਦੀ ਸੀ। ਹੁਣ ਮਹਾਰਾਜ ਮਨੋਂ ਪਹਿਲਾਂ ਖੁਸ਼ ਸਨ, ਹੁਣ ਮੁਖ ਤੇ ਵੀ ਖੁਸ਼ੀ ਆ ਗਈ। ਹਾਂਜੀ। ਧਨ ਤੋਏ ਗੁਰ ਸਿਦਕ ਕਮਾਇਓ। ਸੱਚੇ ਪਾਤਸ਼ਾਹ ਮਹਾਰਾਜ ਵੇਖ ਰਹੇ ਆ ਭਾਈ ਗੁਰਦਾਸ ਜੀ ਚਰਨਾਂ 'ਚ ਪਏ ਆ। ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ ਤੁਸੀਂ ਧਨ 'ਚ, ਤੁਸੀਂ ਵਾਕਈ ਸਿਦਕ ਕਮਾ ਲਿਆ। ਕਹਿਣ ਲੱਗੇ ਸਿੱਖੀ ਨੂੰ ਕਮਾ ਲਿਆ। ਹਾਂਜੀ। ਉਠੋ ਚਰਨ ਕੋ ਕੀਜਹਿ ਤਿਆਗੀ। ਹੁਣ ਉਠੋ, ਚਰਨ ਸਾਡੇ ਛੱਡ ਦਿਓ। ਤੂੰ ਮਮ ਪਿਆਰੋ ਅਤ ਅਨੁਰਾਗੀ। ਤੁਸੀਂ ਤੇ ਸਾਨੂੰ ਬੜੇ ਹੀ ਚੰਗੇ ਲੱਗਦੇ ਹੋ।
बड़े ही प्यारे हो। हाँ जी। ਕਹਿਓ ਸਿੱਖ ਹੋਏ ਸਿਦਕ ਨਾ ਹਾਰੇ। ਤੇ ਕਹਿੰਦੇ ਕਿਉਂ? ਤੁਸੀਂ ਕਿਹਾ ਸੀ ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਹਾਂਜੀ। ਇਸ ਤੁਕ ਪਰ ਭਾ ਲਿਓ ਵਿਚਾਰੇ। ਹੁਣ ਇਸ ਤੁਕ ਤੇ ਵਿਚਾਰ ਕਰ ਲੋ ਕਿ ਸਿੱਖ ਆਪਣੀ ਮਰਜ਼ੀ ਨਾਲ ਸਿਦਕ ਪੂਰਾ ਰੱਖ ਸਕਦਾ ਜਾਂ ਨਹੀਂ ਰੱਖ ਸਕਦਾ। ਹਾਂਜੀ। ਕਸੇ ਕਸੌਟੀ ਮੈਂ ਇਸ ਵਾਰੀ। ਮਹਾਰਾਜ ਕਹਿੰਦੇ ਅਸੀਂ ਕਸੌਟੀ ਕੱਸ ਦਿੱਤੀ ਫਿਰ। ਹਾਂਜੀ। ਸਿੱਖ ਨਾ ਆਨ ਸਮਾਨ ਤੁਮਾਰੀ। ਪਰ ਖੁਸ਼ੀ ਹੈ ਤੁਹਾਡੇ ਵਰਗਾ ਸਿੱਖ ਵੀ ਹੋਰ ਕੋਈ ਨਹੀਂ ਹੈਗਾ ਜੀ। ਨਹੀਂ ਗਲਤੀ ਫਿਰ ਵੀ ਮੰਨੇ। ਹਾਂਜੀ। ਇਮ ਕਹਿ ਬਿਕਸਤ ਗੁਰੂ ਕਿਰਪਾਲਾ। ਇਹ ਬਚਨ ਕਹਿੰਦੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਬਹੁਤ ਖੁਸ਼ ਹੋ ਰਹੇ ਹਨ। ਨਿਜ ਕਰ ਤੇ ਖੋਲੇ ਤਿਸ ਕਾਲਾ। ਨਿਜ ਕਰ ਤੇ ਖੋਲੇ ਤਿਸ ਕਾਲਾ। ਆਖੋ ਸੰਗਤ ਜੀ ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਨੇ ਪਤਾ ਕੀ ਕੀਤਾ ਜੀ? ਆਪਣੇ ਹੱਥਾਂ ਨਾਲ ਭਾਈ ਗੁਰਦਾਸ ਜੀ ਦੀਆਂ ਮੁਸ਼ਕਾਂ ਖੋਲੀਆਂ ਜੀ। ਫਿਰ ਜੀ ਆਪਣੇ ਹੱਥਾਂ ਨਾਲ ਜੀ। ਹਾਂਜੀ। ਮੁਸ਼ਕੈਂ ਸ਼ੋਰੀ ਨਿਕਟ ਬਿਠਾਇਓ। ਫਿਰ ਵੇਖੋ ਮੁਸ਼ਕਾਂ ਖੋਲ ਕੇ ਭਾਈ ਗੁਰਦਾਸ ਜੀ ਨੂੰ ਆਪਣੇ ਲਾਗੇ ਬਿਠਾਇਆ ਜੀ। ਹਾਂਜੀ। ਸਰਬ ਸਭਾ ਗੁਰ ਚਰਿਤ ਲਖਾਇਓ। ਸਾਰੀ ਸਭਾ ਨੇ ਗੁਰੂ ਜੀ ਦਾ ਇਹ ਕੌਤਕ ਵੇਖਿਆ। ਚੇਤਾ ਰੱਖਿਓ ਦੁਨੀਆ ਦੇ ਪੇਪਰਾਂ ਵਿੱਚ ਤੇ ਸਿੱਖੀ ਦੇ ਪੇਪਰ 'ਚ ਫਰਕ ਹੈ। ਪੇਪਰ ਪਾ ਕੇ ਮਾਸਟਰ ਨਕਲ ਨਹੀਂ 'ਚ ਮਾਰਨ ਦਿੰਦਾ, ਆਪ ਸਹਾਇਤਾ ਨਹੀਂ 'ਚ ਕਰਦਾ। ਗੁਰੂ ਜੀ ਪੇਪਰ ਪਾ ਕੇ ਨਾਲ ਸਹਾਇਤਾ ਵੀ ਕਰੀ ਜਾਂਦੇ ਆ ਜੀ। ਮਾਣ ਵੀ ਬੜਾ ਦਿੰਦੇ ਆ ਜੀ। ਹਾਂਜੀ। ਧੰਨ ਗੁਰੂ ਗੁਰ ਕੇ ਸਿੱਖ ਧੰਨ। ਤੇ ਸਾਰੇ ਸਿੱਖ ਕਹਿਣ ਲੱਗੇ ਧੰਨ ਗੁਰੂ ਗੁਰ ਕੇ ਸਿੱਖ ਧੰਨ। ਧੰਨ ਗੁਰੂ ਗੁਰ ਕੇ ਸਿੱਖ। 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 ਧੰਨ ਨੇ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਤੇ ਧੰਨ ਹੀ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ। ਪਿਆਰ ਨਾਲ ਸਾਰੇ ਕਹੋ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਤੇ ਹੁਣ ਕਹੋ ਧੰਨ ਧੰਨ ਭਾਈ ਗੁਰਦਾਸ ਜੀ। ਧੰਨ ਧੰਨ ਭਾਈ ਗੁਰਦਾਸ ਜੀ। ਅਗਮ ਗਤੀ ਅਗਮ ਗਤੀ ਕੋ ਲਖੈ ਨਾ ਅੰਨ। ਗੁਰੂ ਜੀ ਦੀ ਤੇ ਗੁਰੂ ਜੀ ਦੇ ਸਿੱਖਾਂ ਦੀ ਗਤੀ ਨੂੰ ਕੋਈ ਹੋਰ ਨਹੀਂ ਸਮਝ ਸਕਦਾ। ਪੱਠੀ ਭੇਟ ਕਾ ਸ਼ੀਸ਼ ਵਿਸਾਲਾ। ਹਾਂਜੀ। ਅਪਰ ਸਪਤ ਸਹਿ ਸਿੱਖ ਤਿਸ ਕਾਲਾ। ਫਿਰ ਹੁਣ ਮਹਾਰਾਜ ਨੇ ਲਾਗੇ ਬਿਠਾ ਲਿਆ ਨਾ ਜੀ ਭਾਈ ਗੁਰਦਾਸ ਜੀ ਨੂੰ। ਲਾਗੇ ਬਿਠਾ ਕੇ ਸਤਿਕਾਰ ਕੀਤਾ। ਮਹਾਰਾਜ ਕਹਿੰਦੇ ਹੁਣ 700 ਸਿੱਖ ਆਓ ਭਾਈ। ਜੋ ਰਾਜੇ ਨੇ ਭੇਟਾਵਾਂ ਭੇਜੀਆਂ ਸੀ ਉਹ ਵੀ ਅੱਗੇ ਆਈਆਂ। 700 ਸਿੱਖਾਂ ਨੇ ਮਹਾਰਾਜ ਨੂੰ ਮੱਥਾ ਟੇਕਿਆ। ਤੇ ਭਾਈ ਗੁਰਦਾਸ ਜੀ ਨੇ ਫਿਰ ਕਹਿਣਾ ਪਿਆ ਵੀ ਜੇ ਗੁਰਸਾਂਗ ਵਰਤਦਾ ਕਿਆ ਸਿੱਖ ਵਿਚਾਰਾ। ਸਿੱਖ ਕੀ ਹੈਗਾ? ਜੇ ਗੁਰੂ ਸਾਂਗ ਵਰਤਾਵੇ ਸਿੱਖ ਨਹੀਂ ਬਚ ਸਕਦਾ। ਫਿਰ ਪੰਕਤੀ ਲਿਖੀ ਕਿ ਸਾਂਗ ਦੇ ਅੰਦਰ ਉਹੋ ਹੀ ਸਾਬਤ ਰਹਿ ਸਕਦਾ ਹੈ ਜੇ ਗੁਰੂ ਆਪ ਕਿਰਪਾ ਕਰ ਦੇਣ ਜੀ। ਸੋ ਪਿਆਰਿਓ ਸਭ ਤੋਂ ਵੱਡੀ ਗੁਰੂ ਜੀ ਦੀ ਮਿਹਰ ਹੈ। ਸਭ ਤੋਂ ਵੱਡੀ ਮਿਹਰ ਤੋਂ ਵੱਡਾ ਹੋਰ ਕੁਝ ਨਹੀਂ ਹੈਗਾ ਜੀ। ਆਪਾਂ ਮਿਹਰ ਉੱਤੇ ਆਸਰਾ ਰੱਖਣਾ, ਕਿਰਪਾ ਉੱਤੇ ਆਸਰਾ ਰੱਖਣਾ। ਜਦੋਂ ਇਹੋ ਜਿਹੀਆਂ ਗੱਲਾਂ ਪੜ੍ਹੀ ਦੀਆਂ ਸੁਣੀ ਦੀਆਂ ਤੇ ਕਈ ਵਾਰੀ ਇੰਝ ਮਹਿਸੂਸ ਹੁੰਦਾ ਹੈ ਅਜੇ ਸਿੱਖੀ ਦਾ ਊੜਾ ਵੀ ਨਹੀਂ ਪੜ੍ਹੇ ਅਸੀਂ ਜੀ। ਸਿੱਖੀ ਤਾਂ ਬਹੁਤ ਅੱਗੇ ਦੀ ਗੱਲ ਹੈ। ਸੋ ਆਪਾਂ ਮਹਾਰਾਜ ਅੱਗੇ ਅਰਦਾਸ ਹੀ ਕਰਨੀ ਹੈ, ਸੱਚੇ ਪਾਤਸ਼ਾਹ ਕਿਰਪਾ ਕਰਿਓ ਤੇ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ। ਆਓ ਪਿਆਰ ਨਾਲ ਪੰਕਤੀ ਪੜ੍ਹ ਲਓ ਫਿਰ ਖਿਮਾ ਮੰਗੀਏ। ਸਾਰੀ ਸੰਗਤ ਗੱਜ ਕੇ ਕਹੋ ਜੀ। ਮੋਹੇ ਗਰੀਬ ਕੋ ਲੈ ਹੋਰ ਲਾਏ। ਮੋਹੇ ਗਰੀਬ ਕੋ ਲੈ
ਗੱਜ ਕੇ ਬੇਨਤੀ ਕਰੋ ਮਹਾਰਾਜ ਨੂੰ, ਅਸੀਂ ਗਰੀਬ ਹਾਂ, ਸਾਡਾ ਵਸ ਕੋਈ ਨਹੀਂ ਹੈ, ਸਤਿਗੁਰੂ ਤੁਸੀਂ ਕਿਰਪਾ ਕਰਨ ਵਾਲੇ ਹੋ। ਮੋਹਿ ਗਰੀਬ ਕੋ ਨੇ ਹੋਰ ਲਾਏ, ਮੋਹਿ ਗਰੀਬ ਕੋ ਲੈ 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 ਹੋਰ ਲਾਏ, ਇਹੋ ਹੀ ਕਹਿਣਾ ਪਏਗਾ ਜੀ। ਹਾਂਜੀ, ਇੱਥੇ ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਕ ਹੈ, ਜਿਉ ਭਾਵੈ ਤਿਵੈ ਬਖਸ਼। ਇੱਥੇ ਤੇ ਇਹ ਕਹਿਣਾ ਪਏਗਾ, ਜਿਉ ਜਨ ਹੋ ਤਿਉ ਰਾਖ, ਹਰ ਪ੍ਰਭ ਤੇਰਿਆ ਕੇਤੇ ਗਨੋ ਅਸੰਖ ਅਵਗੁਣ ਮੇਰਿਆ। ਅਸੰਖ ਅਵਗੁਣ ਖਤੇ ਫੇਰੇ, ਨਿਤ ਪ੍ਰਤ ਸਦ ਭੂਲੀਐ, ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਕੂਲੀਐ। ਲੂਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰ ਹੂੰ ਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰੋ, ਕਾਢ ਭਵਜਲ ਫੇਰਿਆ। ਆਪਣਾ ਮਾਣ ਨਹੀਂ ਚੱਲੇਗਾ। ਇੱਕ ਵਾਰੀ ਪੰਕਤੀ ਫਿਰ ਪੜ੍ਹ ਲਓ, ਫਿਰ ਖਿਮਾ ਮੰਗੀਏ। ਮੋਹਿ ਗਰੀਬ ਕੋ ਲੈ ਹੋਰ ਲਾਏ, ਮੋਹਿ ਗਰੀਬ ਕੋ ਲੈ ਹੋਰ ਲਾਏ, ਗੁਰੂ ਜੀ ਮਿਹਰ ਕਰਨ, ਸਾਨੂੰ ਮਾੜਿਆਂ ਨੂੰ ਬਖਸ਼ ਲੈਣ, ਆਪਣੇ ਚਰਨਾਂ ਨਾਲ ਜੋੜ ਕੇ ਰੱਖਣ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਅਗਲਾ ਪ੍ਰਸੰਗ ਕੱਲ੍ਹ ਨੂੰ ਸਰਵਣ ਕਰਾਂਗੇ। ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ। ਤਲ ਗੁਰ ਸੇਵੀ